ज्ञान ध्यान किश कर्म न जाना, सार न जाना तेरी। सब ते वट्टा सतगुर नानक, जिन कल राखी मेरी। तू जो सज्जन मैंडिया, देई सिस उतार। नैन महिंजे तरस दे, कद पसी दीदार। दद्दा दादा एक है, सबको देवनहार। दींदे टूट न आवई, अगणित भरे भंडार। हम तनवंत भागत सच नाए, हर गुण गावह सहज सुभाए। पियू दाते का खोल डिठा खजाना, ता मेरे मन भया निधाना। रतन लाल जाका कछु न मोल, भरे भंडार अकूट अतोल। खावह खर्च है रल मिल पाई, टोट न आवे वध तो जाई। कहो नानक जिस मस्तक लेख लिखाए, सो एत खजाना लयार लाए। सतनाम श्री वाहिगुरु साहिब जी। दया दान दयाल तू, कर कर देखण हार। दया कर हे प्रभ मेल लहै, खिन महे टाहे कुसार। दया दान दयाल तू, कर कर देखण हार। दया कर हे प्रभ मेल लहै, किन मह टाहे उसार। दाना तू बिना तू ही, दाना कै सिरदान। दानद भंजन दुख दरण, गुरमुख ज्ञान ध्यान। दाना तू बिना तू ही, दाना कै सिरदान। दानद भंजन दुख दलना, गुरमुख ज्ञान ध्यान। वाहिगुरु जी का खालसा, वाहिगुरु जी की फतेह। दयाल मेहरबान करन काਰਨ समर्थ पतत पावन भगत वशल अंतरजामी
ਤੂੰ ਦਰਿਆਓ ਤਾਨਾ ਬੀਨਾ, ਜਹ ਜਹ ਦੇਖਾ ਤਹ ਤਹ ਤੂੰ ਹੈ, ਤੁਝ ਤੇ ਨਿਕਸੀ ਫੂਟ ਮਾਲਾ। ਸਰਬ ਵਿਆਪਕ ਸਰਬ ਕਲਾ ਸਮਰੱਥ ਅਕਾਲ ਪੁਰਖ ਵਾਹਿਗੁਰੂ ਜੀ ਦਾ ਪ੍ਰਤੱਖ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਦਸਾਂ ਪਾਤਸ਼ਾਹੀਆਂ ਦੀ ਜੋਤ ਤਖਤ ਚੌਰ ਛਤਰ ਦੇ ਮਾਲਕ ਬਾਣੀ ਗੁਰੂ ਸ਼ਬਦ ਗੁਰੂ ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇ ਵੱਡੇ ਅਵਰ ਨਾ ਕੋਏ। ਵਾਹ ਵਾਹ ਅਗਮ ਅਥਾਹੋ ਹੈ, ਵਾਹ ਵਾਹ ਸੱਚਾ ਸੋਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਆ। ਇਹ ਸਤਿਗੁਰੂ ਜੀ ਦੀ ਅਮਿਤ ਰਹਿਮਤ ਦਇਆ ਦਾ ਸਦਕਾ ਹੈ। ਤਰਸ ਪਿਆ ਮੇਹ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਜਦੋਂ ਵਾਹਿਗੁਰੂ ਪਰਮੇਸ਼ਰ ਜੀ ਤਰਸ ਦੇ ਘਰ ਵਿੱਚ ਆਉਂਦੇ ਹਨ, ਬੇਅੰਤ ਰਹਿਮਤ ਕਰਦੇ ਹਨ, ਤਾਂ ਫਿਰ ਜੀਵ ਨੂੰ ਸਤਿਗੁਰੂ ਸੱਜਣ ਜੀ ਦਾ ਮਿਲਾਪ ਹਾਸਲ ਹੁੰਦਾ ਹੈ, ਤਾਂ ਸਤਿਗੁਰੂ ਜੀ ਦੇ ਦਰਸ਼ਨ ਪ੍ਰਾਪਤ ਹੁੰਦੇ ਹਨ। ਤਾਂ ਇਸ ਸਮੇਂ ਨੂੰ ਧੰਤਾ ਦੇ ਯੋਗ ਆਖਿਆ, ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਧੰਨ ਸੋ ਵੇਲਾ ਘੜੀ ਧੰਨ, ਧੰਨ ਮੂਰਤ ਫਲਸਾਰ, ਧੰਨ ਸੋ ਦਿਨ ਸੋ ਸੰਜੋਗੜਾ, ਜਿਤ ਡਿਠਾ ਗੁਰ ਦਰਸਾਰ। ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਸਤਿਗੁਰਾਂ ਨੇ ਜਗਤ ਜਲੰਦੇ ਦੀ ਰੱਖਿਆ ਕਰਨ ਵਾਸਤੇ 1526 ਬਿਕਰਮੀ ਸੰਮਤ ਕੱਤਕ ਮਹੀਨੇ ਦੀ ਪੂਰਨਮਾਸ਼ੀ ਈਸਵੀ ਸਨ 1469 ਨੂੰ ਰਾਏ ਭੋਏ ਦੀ ਤਲਵੰਡੀ ਵਿੱਚ ਪ੍ਰਕਾਸ਼ ਧਾਰਿਆ। ਬਚਪਨ ਦੇ 15 ਸਾਲ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਬਤੀਤ ਕੀਤੇ, ਸ੍ਰੀ ਨਨਕਾਣਾ ਸਾਹਿਬ ਦੀ ਧਰਤੀ। ਔਰ ਰਾਏ ਬੁਲਾਰ ਜੀ ਨੇ ਰਾਏ ਭੋਏ ਦੀ ਤਲਵੰਡੀ ਦਾ ਨਾਮ ਸ੍ਰੀ ਨਨਕਾਣਾ ਸਾਹਿਬ ਰੱਖਿਆ, ਕਿਉਂਕਿ ਰਾਏ ਬੁਲਾਰ ਦੇ ਪਿਤਾ ਜੀ ਦਾ ਨਾਮ ਸੀ ਰਾਏ ਭੋਏ। ਤਾਂ ਮਹਾਰਾਜ ਸਾਹਿਬ ਜੀ ਦੇ ਸ਼ਰਧਾਲੂ ਬਣੇ। 3 ਕੌਤਕ ਵੇਖੇ ਸੀ ਰਾਏ ਬੁਲਾਰ ਜੀ ਨੇ ਜਗਤ ਗੁਰੂ ਜੀ ਦੇ। ਇੱਕ ਵੇਖਿਆ ਸੀ ਜ਼ਿਮੀਂਦਾਰ ਦੀ ਫਸਲ ਚੱਲ ਗਈਆਂ ਮਹਾਰਾਜ ਸਾਹਿਬ ਜੀ ਦੀਆਂ ਮੱਝਾਂ, ਜਿਸ ਵੇਲੇ ਨੌਕਰਾਂ ਨੂੰ ਭੇਜਿਆ ਸੀ ਵੇਖਣ ਵਾਸਤੇ, ਜਾ ਕੇ ਵੇਖਿਆ ਕਿ ਕਿਆਰਾ ਹਰਿਆ ਭਰਿਆ, ਖੇਤ ਹਰਿਆ ਭਰਿਆ। ਉਸ ਵੇਲੇ ਵੀ ਸ਼ਰਧਾ ਬਣੀ। ਇਸੇ ਤਰ੍ਹਾਂ ਇੱਕ ਵਾਰੀ ਜਾਂਦਿਆਂ ਹੋਇਆਂ ਘੋੜੀ ਤੇ ਸਵਾਰ ਸੀ ਰਾਏ ਬੁਲਾਰ, ਕੀ ਵੇਖਦਾ ਹੈ ਵੀ ਇੱਕ ਸੱਪ ਨੇ ਛਾਂ ਕੀਤੀ ਹੋਈ ਹੈ ਦੁਪਹਿਰ ਦਾ ਵੇਲਾ ਚਿਹਰੇ ਦੇ ਉੱਤੇ। ਜਦੋਂ ਘੋੜੀ ਤੋਂ ਉਤਰ ਕੇ ਨੇੜੇ ਗਿਆ, ਸੱਪ ਅੱਗੇ ਫਸਲ ਦੇ ਵਿੱਚ ਵੜ ਜਾਂਦਾ ਹੈ, ਤਾਂ ਕੀ ਵੇਖਦਾ ਹੈ ਤਾਂ ਮੇਰੇ ਪਟਵਾਰੀ ਦਾ ਪੁੱਤਰ ਹੈ, ਇਹ ਤਾਂ ਮਹਿਤਾ ਕਲਿਆਣ ਚੰਦ ਦਾ ਪੁੱਤਰ ਸ੍ਰੀ ਨਾਨਕ ਹੈ। ਤਾਂ ਮਹਾਰਾਜ ਸਾਹਿਬ ਜੀ ਰਾਏ ਬੁਲਾਰ ਦੇ ਆਉਣ ਦਾ ਖੜਕਾ ਸੁਣ ਕਰਕੇ ਉੱਠ ਕੇ ਬੈਠ ਜਾਂਦੇ ਹਨ। ਰਾਏ ਬੁਲਾਰ ਉਸ ਵੇਲੇ ਘੁੱਟ ਕੇ ਗਲ ਬੱਕੜੀ ਵਿੱਚ ਲੈਂਦਾ ਹੈ, ਮੱਥਾ ਚੁੰਮਦਾ। ਇਸੇ ਤਰ੍ਹਾਂ ਇੱਕ ਵਾਰੀ ਜਾਂਦਿਆਂ ਹੋਇਆਂ ਆਪਣੇ ਸੰਗੀਆਂ ਸਾਥੀਆਂ ਨਾਲ ਰਾਏ ਬੁਲਾਰ ਜਾ ਰਹੇ ਸਨ। ਕੀ ਵੇਖਦੇ ਆ ਕਿ ਦੁਪਹਿਰ ਢਲਣ ਤੋਂ ਸਾਰੇ ਦਰਖਤਾਂ ਦੇ ਪਰਛਾਵੇਂ ਢਲ ਗਏ ਆ। ਜਿਸ ਮਾਲ ਜੀ ਦੇ ਰੁੱਖ ਹੇਠਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਮੱਝਾਂ ਗਾਵਾਂ ਚਾਰਦੇ ਹੋਇਆਂ ਵਿਰਾਜੇ ਸਨ, ਉਹਦਾ ਪਰਛਾਵਾਂ ਹੀ ਨਹੀਂ ਢਲਿਆ। ਇਹ ਤੀਜਾ ਕੌਤਕ ਵੇਖਿਆ
ਫਿਰ ਪੱਕੇ ਹੀ ਸ਼ਰਧਾਲੂ ਬਣ ਗਏ ਸਨ ਮਹਾਰਾਜ ਸਾਹਿਬ ਜੀ ਦੇ। ਤਾਂ ਫਿਰ ਉਹਨਾਂ ਨੇ ਮਹਾਰਾਜ ਸਾਹਿਬ ਦੇ ਨਾਮ ਤੇ ਨਗਰ ਦੇ ਵਿੱਚ ਸਰੋਵਰ ਸਾਹਿਬ ਦੀ ਰਚਨਾ ਵੀ ਕਰਵਾਈ ਰਾਏ ਬੁਲਾਰ ਜੀ ਨੇ। ਗੁਰੂ ਸਾਹਿਬ ਦੇ ਨਾਮ ਤੇ ਸਰੋਵਰ ਬਣਾਇਆ। ਫਿਰ ਇਸੇ ਤਰ੍ਹਾਂ ਕਿ ਭਾਵੇਂ ਮੇਰੇ ਪਿਤਾ ਜੀ ਦੇ ਨਾਮ ਤੇ ਨਗਰੀ ਦਾ ਨਾਮ ਸੀ, ਹੁਣ ਮੈਂ ਆਪਣੇ ਪਿਆਰੇ ਮੁਰਸ਼ਦ, ਆਪਣੇ ਪਿਆਰੇ ਸ੍ਰੀ ਨਾਨਕ ਜੀ ਦੇ ਨਾਮ ਉੱਤੇ ਨਗਰੀ ਦਾ ਨਾਮ ਰੱਖਣਾ। ਆਪਣੇ ਪਿਤਾ ਜੀ ਦੇ ਨਾਮ ਤੋਂ ਹਟਾ ਕੇ, ਪਿਤਾ ਜੀ ਦਾ ਨਾਮ ਸੀ ਰਾਏ ਭੋਏ, ਰਾਏ ਭੋਏ ਦੀ ਤਲਵੰਡੀ ਕਹਿੰਦੇ ਸਨ ਨਗਰ ਨੂੰ, ਉਹਦੇ ਥਾਂ ਤੇ ਫਿਰ ਰਾਏ ਬੁਲਾਰ ਨੇ ਨਨਕਾਣਾ ਸਾਹਿਬ ਨਾਮ ਰੱਖਿਆ ਕਿ ਇੱਥੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪ੍ਰਕਾਸ਼ ਧਾਰ ਕੇ ਆਉਣਾ ਕੀਤਾ, ਨਾਨਕੇ ਆਣਾ। ਤਾਂ ਸਿੱਧਾ ਆਪਾਂ ਕਹਿੰਦੇ ਹਾਂ ਨਨਕਾਣਾ, ਨਨਕਾਣਾ ਸਾਹਿਬ ਨਾਮ ਰੱਖਿਆ ਉਸ ਵੇਲੇ ਰਾਏ ਬੁਲਾਰ। ਬਚਪਨ ਦੇ 15 ਸਾਲ ਮਹਾਰਾਜ ਸਾਹਿਬ ਜੀ ਨੇ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਨੂੰ ਭਾਗ ਲਾਏ। 15 ਸਾਲ ਦੀ ਉਮਰ ਦੇ ਵਿੱਚ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਮਹਾਰਾਜ ਆਉਂਦੇ। 1541 ਵਿਕਰਮੀ ਸੰਮਤ ਇੱਥੇ ਫਿਰ ਗਰੀਬ ਨਵਾਜ਼ ਸਾਹਿਬ, ਭੈਣ ਨਾਨਕੀ ਜੀ, ਜਿਨ੍ਹਾਂ ਨੂੰ ਮਹਾਰਾਜ ਸਤਿਕਾਰ ਨਾਲ ਬੇਬੇ ਜੀ ਕਿਹਾ ਕਰਦੇ ਸਨ, ਗੁਰੂ ਸਾਹਿਬ ਜੀ ਤੋਂ ਸਰੀਰਕ ਆਲਬਲਾ ਵਿੱਚ 5 ਸਾਲ ਵੱਡੇ। ਬੇਬੇ ਨਾਨਕੀ ਜੀ, ਭਾਈਆ ਜੈ ਰਾਮ ਜੀ, ਤਿੰਨਾਂ ਦੇ ਪਾਸ ਮਹਾਰਾਜ ਸਾਹਿਬ ਜੀ ਪਹੁੰਚੇ ਰਾਏ ਬੁਲਾਰ ਦੇ ਬੇਨਤੀ ਕਰਨ ਤੋਂ। ਔਰ ਇੱਥੇ 16 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ ਮਹਾਰਾਜ ਨੇ ਮੋਦੀਖਾਨਾ ਆਰੰਭਿਆ। ਮੋਦੀਖਾਨਾ ਕੀਤਾ, ਗਰੀਬਾਂ ਦੀਆਂ ਝੋਲੀਆਂ ਭਰੀਆਂ, ਤੇਰਾ ਤੇਰਾ ਕਹਿ ਕੇ। 1542 ਦੇ ਵਿੱਚ 1 ਸਾਲ ਹੋਇਆ ਸੀ ਮੋਦੀਖਾਨਾ ਕਰਦਿਆਂ। 1543 ਵਿਕਰਮੀ ਸੰਮਤ ਵਿੱਚ, ਜਿਸ ਵੇਲੇ ਬਾਬਾ ਜੀ ਦੀ ਸਰੀਰ ਕਾਰਬਲਾ 17 ਵਰ੍ਹਿਆਂ ਦੀ ਸੀ, ਉਸ ਮੌਕੇ ਤੇ ਮਹਾਰਾਜ ਦਾ ਮੰਗਣਾ ਹੋਇਆ। ਪੱਖੋ ਕੀ ਰੰਧਾਵਿਆਂ ਦੇ ਪਟਵਾਰੀ, ਸਤਿਕਾਰਯੋਗ ਬਾਬਾ ਮੂਲ ਚੰਦ ਜੀ, ਸਤਿਕਾਰਯੋਗ ਮਾਤਾ ਚੰਦੋ ਰਾਣੀ ਜੀ, ਤਿੰਨਾਂ ਦੇ ਸਪੁੱਤਰੀ ਸਤਿਕਾਰਯੋਗ ਮਾਤਾ ਸੁਲੱਖਣੀ ਜੀ। ਮਾਤਾ ਸੁਲੱਖਣੀ ਜੀ ਦੇ ਨਾਲ ਜਗਤ ਗੁਰੂ ਜੀ ਦਾ ਮੰਗਣਾ ਹੁੰਦਾ ਹੈ। ਉਦੋਂ 17 ਸਾਲਾਂ ਦੀ ਸਰੀਰ ਕਾਰਬਲਾ ਹੈ ਬਾਬਾ ਜੀ ਦੀ। ਸੁਲਤਾਨਪੁਰ ਸਾਹਿਬ ਦੀ ਧਰਤੀ ਨੂੰ ਮਹਾਰਾਜ ਭਾਗ ਲਾ ਰਹੇ ਹਨ। 1 ਸਾਲ ਬਾਅਦ ਵਿਆਹ ਹੁੰਦਾ 18 ਸਾਲ ਦੀ ਸਰੀਰ ਕਾਰਬਲਾ ਵਿੱਚ। 1544 ਵਿਕਰਮੀ ਸੰਮਤ ਨੂੰ ਇੱਥੋਂ ਹੀ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਬਰਾਤ ਜਾਂਦੀ ਹੈ। ਫਿਰ ਮਹਾਰਾਜ ਸਾਹਿਬ ਜੀ ਮਾਤਾ ਸੁਲੱਖਣੀ ਜੀ ਨੂੰ ਵਿਆਹ ਕੇ ਇੱਥੇ ਲੈ ਕਰਕੇ ਆਉਂਦੇ। ਕੁਝ ਸਮਾਂ ਪਿਛੇ ਨਨਕਾਣਾ ਸਾਹਿਬ ਦੀ ਧਰਤੀ ਤੇ ਵੀ ਜਾਂਦੇ ਆਪਣੇ ਨਗਰ ਦੇ ਵਿੱਚ। ਫਿਰ ਮਹਾਰਾਜ ਇੱਥੇ ਹੀ ਆ ਜਾਂਦੇ। ਔਰ ਗੁਰੂ ਜੀ ਦੇ ਵਿਆਹ ਤੋਂ ਆਨੰਦ ਕਾਰਜ ਤੋਂ 7 ਸਾਲ ਬਾਅਦ ਗੁਰੂ ਕੇ ਬਾਗ ਸਾਹਿਬ ਵਾਲੇ ਸਥਾਨ ਤੇ ਜਿੱਥੇ ਮਹਾਰਾਜ ਦਾ ਘਰ ਹੈ, 1551 ਵਿਕਰਮੀ ਸੰਮਤ ਨੂੰ ਵੱਡਾ ਸਾਹਿਬਜ਼ਾਦਾ ਸਤਿਕਾਰਯੋਗ ਧੰਨ ਧੰਨ ਬਾਬਾ ਸ੍ਰੀ ਚੰਦ ਸਾਹਿਬ ਜੀ ਪ੍ਰਗਟ ਹੁੰਦੇ ਹਨ। ਉਹਨਾਂ ਤੋਂ 2 ਸਾਲ ਬਾਅਦ, ਜਿਸ ਵੇਲੇ ਬਾਬਾ ਜੀ ਦੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਸਰੀਰ ਕਾਰਬਲਾ 27 ਵਰ੍ਹਿਆਂ ਦੀ ਸੀ ਸਾਧ ਸੰਗਤ ਜੀ। 1553 ਵਿਕਰਮੀ ਸੰਮਤ ਨੂੰ ਛੋਟੇ ਸਾਹਿਬਜ਼ਾਦੇ ਬਾਬਾ ਲਖਮੀ ਦਾਸ ਸਾਹਿਬ ਜੀ ਪ੍ਰਗਟ ਹੋਏ। ਔਰ ਉਹਨਾਂ ਦੇ ਪ੍ਰਗਟ ਹੋਣ ਤੋਂ 1 ਸਾਲ ਬਾਅਦ, ਜਿਸ ਵੇਲੇ 1 ਸਾਲ ਦੀ ਸਰੀਰ ਕਾਰਬਲਾ ਹੈ ਬਾਬਾ ਲਖਮੀ ਦਾਸ ਸਾਹਿਬ ਜੀ ਦੀ, ਔਰ 3 ਸਾਲਾਂ ਦੀ ਸਰੀਰ ਕਾਰਬਲਾ ਹੈ ਬਾਬਾ ਸ੍ਰੀ ਚੰਦ ਸਾਹਿਬ ਜੀ ਦੀ। ਸਤਿਗੁਰੂ ਜੀ ਦੀ ਸਰੀਰ ਕਾਰਬਲਾ 28 ਸਾਲ ਦੀ ਹੈ। 1554 ਵਿਕਰਮੀ ਸੰਮਤ ਨੂੰ ਮੋਦੀਖਾਨਾ ਤਿਆਗ ਕੇ ਤੇ ਇੱਥੋਂ ਫਿਰ ਮਹਾਰਾਜ ਸਾਹਿਬ ਜੀ ਸਭ ਸੰਸਾਰ ਦਾ ਭਲਾ ਕਰਨ ਵਾਸਤੇ ਚੜਿਆ ਸੋਧਣ ਧਰਤ ਲਖਾਈ। ਇਸੇ ਥਾਂ ਤੋਂ ਹਰ ਰੋਜ਼ ਵੇਈ ਨਦੀ 'ਤੇ ਇਸ਼ਨਾਨ ਕਰਦੇ। ਗੁਰਦੁਆਰਾ ਸ੍ਰੀ ਬੇਰ ਸਾਹਿਬ ਵਾਲੇ ਸਥਾਨ ਤੇ ਚੌਂਕੜਾ ਲਾ ਕੇ ਮਹਾਰਾਜ ਬੈਠਦੇ। ਇੱਥੋਂ ਹੀ ਧਿਆਨ ਧਰ ਕੇ ਬਾਬਾ ਦੇਖੈ ਧਿਆਨ ਧਾਰ, ਜਲਦੀ ਸਭ ਪ੍ਰਿਥਵੀ ਦਿਸ ਆਈ, ਬਾਝੋ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ।
सब संसार का भला करन वास्ते महाराज साहब जी सुल्तानपुर साहब की धरती तो चले। तो फिर गरीब नवाज साहब जी ने 4 चक्कां नूं 9 खंडां की सारी पृथ्वी नूं उपदेश बख्शिया। सत्कारयोग भाई साहब भाई मरदाना जी नूं नाल लिया और अपने प्यारे सिख ते जिन्हां नूं मित्र कह के भी महाराज ने सन्मान दिता। सत्कारयोग भाई साहब भाई बाला जी, भाई बाला जी नूं महाराज ने आख्या भाई बालिया तू साडा मित्र है। ऐसा इतिहास में जिक्र आउंदा साध संगत। ते गुरु साहब जी दे सब तो पहले चौर बरदार भाई बाला जी होए। जिवें सिखां विचों सब तो पहले गुरु घर दे कीर्तनीए भाई साहब भाई मरदाना जी हन, उंज तां सब तो पहले कीर्तनीए गुरु साहब जी आप ही आ। धन श्री गुरु नानक देव साहब जी महाराज आप जी जिथे बाणी उचारण करते उत्थे कीर्तन करते। पर सिखां दे विचों जो विचार करिए तो सब तो पहले कीर्तनीए भाई मरदाना जी हैं। तो उत्थे साध संगत जी गुरु घर के चौर बरदारां विचों जो महाराज साहब के सीस ते चौर करते हैं तो उन्हां विचों सब तो पहले चौर बरदार भाई बाला जी जिन्हां ने धन श्री गुरु नानक देव साहब महाराज के सीस ते चौर किया। ते जिन्ना चिर महाराज ने सुल्तानपुर साहब की धरती ते मोदी खाना किया, वो मोदी खाने दे विच भाई बाला जी ही महाराज साहब जी नूं रस्ता फड़ाया करते सन। गुरु साहब जी अगे तकड़ी नाल तोड़ तोड़ के वंडदे ते पिछों लिया के भाई बाला जी दिया करते सन। भाई बाला जी भाई मरदाना जी नूं नाल लै करके महाराज साहब जी ने बाबे तारे 4 जग 9 खंड पृथ्वी सच्चा ढोआ गुरमुख काल विच प्रगट हुआ। ऐसे सतगुरु जी जीवां नूं तार दे फिर महाराज साहब जी ये नर्मदा नदी के कंढे ते जिथे सतगुरु साहब जी ने पंडित नूं उपदेश दिता है अमृत बाणी द्वारा जो दक्षिणी ओंकार बाणी है, जिसकी अज साध संगत जी 35वीं पौड़ी की विचार आपां करनी है, जिसका पाठ श्रवण किया है। सतगुरु गरीब नवाज पांधे नूं पंडित जी नूं उपदेश दिंदियां होइआं बाणी उचारण की है ते सारे संसार नूं ये उपदेश महाराज साहब जी ने बख्शिया है। जिवें गरीब नवाज साहब जी कृपा करते हैं, शरधा भावना अदब सत्कार सहित श्रवण करिए। उचारण करो जी। सतनाम श्री वाहिगुरु साहिब जी। दयादान दयाल वाहिगुरु परमेश्वर दे सन्मुख हो करके बेनती करते उपदेश देंदे हन जगत गुरु जी। धन धन श्री गुरु नानक देव साहिब जी महाराज। हे प्रभु जी दया आप जी दया करके दान दान देंदे हो। दयाल तू हे प्रभु जी तुसी दयालु हो, दया का घर हो। आप जी का हिरदा दया नाल लबालब भरिया होया। दयाल आल कहंदे घर नूं, दया का आल है, दया का घर हो। आप जी दे विच महान दया है, बहुत वड्डी दया। कितनी वड्डी दया साध संगत जी परमेश्वर वाहिगुरु जी दे विच कितना वड्डा तरस है कि सारे जीवां उत्ते दया करदे। दयाल तू आप जी दया दे घर हो ते दयालु कृपालु परमेश्वर जी आप दया करके सब नूं दान देंदे हो। इस करके दाता वो परमेश्वर है। सब तो वड्डा दानी वो वाहिगुरु आप है। सब तो वड्डा दाता आप है। दया दया करके दान देंदे, दया करके तरस करके सारियां नूं देंदे। सारियां तो भाव कले मनुखी नहीं, पशुआं नूं भी पंछियां नूं भी 84 लाख जूनां 84 लाख जून पाई
ਰਿਜਕ ਦਿਆ ਸਭ ਹੁਕ ਤਦ ਕਾ। ਤਦ ਕਾ ਤੋਂ ਭਾਵ ਹੈ ਜਦੋਂ ਤੋਂ ਸ੍ਰਿਸ਼ਟੀ ਪੈਦਾ ਕੀਤੀ ਉਦੋਂ ਦਾ। ਇਹ ਨਹੀਂ ਵੀ 2-4 ਸਾਲਾਂ ਦਾ ਜਾਂ 100 ਸਾਲ ਦੀ ਗੱਲ। ਤਦ ਕਾ ਜਦੋਂ ਤੋਂ ਸ੍ਰਿਸ਼ਟੀ ਪੈਦਾ ਕੀਤੀ ਉਦੋਂ ਦਾ ਹੀ ਰਿਜਕ ਦੇ ਰਹੇ। ਏਡੀ ਵੱਡੀ ਦਇਆ। ਉਹ ਦਿਆਲੂ ਪਰਮੇਸ਼ਰ ਹੀ ਦਇਆ ਕਰਕੇ ਦਾਨ ਦਿੰਦੇ ਆ। ਵੇਖੋ ਕਿਦੋਂ ਦੇ ਦੇ ਰਹੇ ਆ, ਨਾ ਤੇ ਅੱਕਦੇ ਆ ਤੇ ਨਾ ਥੱਕਦੇ। ਨਾ ਅੱਕਦੇ ਆ ਨਾ ਥੱਕਦੇ ਆ। ਹਰੇਕ ਦੇਣ ਵਾਲਾ ਅੱਕ ਵੀ ਜਾਵੇਗਾ ਤੇ ਥੱਕ ਵੀ ਜਾਵੇਗਾ। ਫਿਰ ਦੇ ਕੇ ਪਛਤਾਉਂਦੇ ਵੀ ਨਹੀਂ। ਇਹ ਵਡਿਆਈ ਆ। ਬੰਦਾ ਕਿਸੇ ਨੂੰ ਕੋਈ ਦੇ ਕੇ ਨਾ ਬਾਅਦ ਵਿੱਚ ਪਛਤਾਵੇਗਾ ਵੀ ਮੈਂ ਤੈਨੂੰ ਨਹੀਂ ਹੀ ਆ ਕੁਝ ਦੇਣਾ, ਪਛਤਾਵੇਗਾ, ਕਹਿੰਦਾ ਕਾਹਤੋਂ ਦੇ ਬੈਠਾ ਤੈਨੂੰ। ਪਰ ਉਹ ਪਰਮੇਸ਼ਰ ਦੇ ਕੇ ਪਛਤਾਉਂਦਾ ਨਹੀਂ। ਅੱਜ ਦਾ ਸ੍ਰੀ ਮੁਖ ਵਾਕ ਗੁਰੂ ਦੀਆਂ ਸੰਗਤਾਂ ਜਦੋਂ ਦਰਬਾਰ ਸਾਹਿਬ ਦੇ ਅੰਦਰ ਹਾਜ਼ਰ ਹੁੰਦੀਆਂ, ਪਹਿਲਾਂ ਸ੍ਰੀ ਮੁਖ ਵਾਕ ਗੁਰਸਿੱਖ ਪੜ੍ਹ ਕੇ ਆਉਂਦੇ ਜਾਂ ਜਾਣ ਲੱਗਿਆ ਪੜ੍ਹ ਕੇ ਜਾਂਦੇ। ਤੀਜੇ ਪਾਤਸ਼ਾਹ ਜੀ ਨੇ ਅੱਜ ਜੋ ਸ੍ਰੀ ਮੁਖ ਵਾਕ ਫਰਮਾਇਆ, ਉਹਦੇ ਵਿੱਚ ਇਹੀ ਬਚਨ ਕਹੇ ਆਰੰਭ ਵਿੱਚ ਕਿ ਮੇਰਿਆ ਮਨਾ ਇੱਕ ਮਨ ਹੋ ਕਰਕੇ, ਇੱਕ ਚਿੱਤ ਹੋ ਕਰਕੇ ਵਾਹਿਗੁਰੂ ਨੂੰ ਧਿਆ, ਜੋ ਦਾਤਾਂ ਦੇ ਕੇ ਪਛਤਾਉਂਦਾ ਨਹੀਂ ਹੈ। ਉਹ ਏਡਾ ਵੱਡਾ ਦਾਤਾ ਜੋ ਦਿੰਦਾ ਵੀ ਹੈ ਸਭ ਕੁਝ, ਪਰ ਪਛਤਾਉਂਦਾ ਵੀ ਨਹੀਂ ਹੈ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ। ਭਾਏ ਤੋਂ ਭਾਵ ਭਾਵਨਾ ਨਾਲ, ਪ੍ਰੇਮ ਨਾਲ। ਪ੍ਰੇਮ ਨਾਲ ਪ੍ਰਭੂ ਨੂੰ ਧਿਆ, ਇੱਕ ਮਨ ਹੋ ਕੇ, ਇੱਕ ਚਿੱਤ ਹੋ ਕੇ। ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛਤਾਏ। ਉਹ ਦਿੰਦਾ ਹੈ ਪਰ ਦੇ ਕੇ ਪਛਤਾਉਂਦਾ ਨਹੀਂ ਹੈ। ਏਡਾ ਵੱਡਾ ਦਾਤਾ ਦਿੰਦਾ ਦੇ, ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਉਹ ਜੁਗਾ ਜੁਗੰਤਰਾਂ ਤੋਂ ਲੈ ਕਰਕੇ ਦੇ ਹੀ ਜਾਂਦਾ ਦਾਤਾ। ਨਾ ਤੇ ਅੱਕਦਾ ਤੇ ਨਾ ਥੱਕਦਾ ਹੈ। ਲੈਣ ਵਾਲੇ ਅੱਕ ਵੀ ਜਾਂਦੇ, ਥੱਕ ਵੀ ਜਾਂਦੇ। ਥੱਕਣ ਤੋਂ ਭਾਵ ਹੈ ਵੀ ਪਰਮੇਸ਼ਰ ਦੀਆਂ ਦਾਤਾਂ ਖਾਂਦਿਆਂ ਖਾਂਦਿਆਂ ਮੂੰਹ ਚੋਂ ਦੰਦ ਘਸ ਗਏ। ਬਸਤਰ ਪਹਿਨਦਿਆਂ ਸਰੀਰ ਦੇ ਅੰਗ ਘਸ ਗਏ। ਇੱਕ ਦਿਨ ਕੰਮ ਕਰਨ ਹਟ ਹੀ ਜਾਂਦੇ ਨਾ ਸਰੀਰ ਦੇ ਅੰਗ, ਗੋਡੇ ਲੱਤਾਂ ਹੱਥ ਪੈਰ ਘਸ ਗਏ। ਦਾਤਾਂ ਨਹੀਂ ਮੁੱਕੀਆਂ। ਲੈਣ ਵਾਲਾ ਥੱਕ ਗਿਆ। ਇੱਕ ਦਿਨ ਸਵਾਸ ਪੂਰੇ ਹੋ ਜਾਂਦੇ, ਥੱਕ ਗਿਆ ਲੈਣ ਵਾਲਾ, ਪਰ ਦਾਤਾਂ ਜਿਉਂਦੀਆਂ ਤਿਉਂ ਹੀ ਆ। ਲੈਂਦੇ ਥੱਕ ਪਾਹੇ ਆਖਿਆ, ਦੇਣ ਵਾਲਾ ਨਹੀਂ ਥੱਕਦਾ, ਲੈਣ ਵਾਲੇ ਥੱਕਦੇ ਆ। ਖਾਂਦਿਆਂ ਖਾਂਦਿਆਂ ਮੋਹ ਘੱਟਾ, ਪੈ ਨੰਦਿਆ ਸਭ ਅੰਗ, ਨਾਨਕ ਧ੍ਰਿਗ ਤਿਨਾ ਕਾ ਜੀਵਿਆ, ਜਿਨ ਸੱਚ ਨਾ ਲਾਗੋ ਰੰਗ। ਆਖਿਆ ਏਡੇ ਵੱਡੇ ਦਾਤੇ ਨਾਲ ਜੇ ਫਿਰ ਵੀ ਰੰਗ ਨਹੀਂ ਲੱਗਦਾ, ਪ੍ਰੇਮ ਨਹੀਂ ਲੱਗਦਾ, ਫਿਰ ਐਸੇ ਜੀਵਨ ਨੂੰ ਤਰਕਾਰ ਹੀ ਆ। ਜਿਹਦੀਆਂ ਦਿੱਤੀਆਂ ਇੰਨੀਆਂ ਦਾਤਾਂ ਖਾਧੀਆਂ, ਇੰਨੀਆਂ ਦਾਤਾਂ ਭੋਗੀਆਂ, ਤੇ ਫਿਰ ਵੀ ਦਾਤੇ ਨਾਲ ਪ੍ਰੇਮ ਨਹੀਂ ਪੈਂਦਾ। ਉਹ ਏਡਾ ਵੱਡਾ ਦਾਤਾ ਹੈ, ਦਿਆਲੂ ਹੈ। ਜਗਤ ਗੁਰੂ ਜੀ ਕਹਿੰਦੇ ਦਇਆ ਦਾਨ ਦਇਆਲ ਤੂੰ। ਇਹ ਦਇਆ ਦੇ ਘਰ ਪਰਮੇਸ਼ਰ ਵਾਹਿਗੁਰੂ ਜੀ, ਤੂੰ ਦਇਆ ਵਿੱਚ ਆ ਕਰਕੇ ਦਾਨ ਦਿੰਦਾ। ਤੂੰ ਦਿਆਲੂ ਹੈ ਤੇ ਸਾਰੇ ਜੀਵਾਂ ਜੰਤੂਆਂ ਨੂੰ ਆਪ ਜੀ ਦਾਨ ਦੇ ਰਹੇ। ਦਸ਼ਮੇਸ਼ ਪਾਤਸ਼ਾਹ ਫਰਮਾਉਂਦੇ, ਦੀਨਨ ਕੀ ਪ੍ਰਤਿਪਾਲ ਕਰ ਨਿਤ, ਸੰਤੇ ਉਬਾਰ ਗਨੀ ਮਨ ਗਾਰੈ। ਪਸ਼ੂ ਪਸ਼ੂ ਨਗ ਨਾਗ ਨਰਾਧਿਪ, ਸਰਬ ਸਮੈ ਸਭ ਕੋ ਪ੍ਰਤਿਪਾਰੈ। ਸਰਬ ਸਮੈ ਸਭ ਕੋ ਪ੍ਰਤਿਪਾਰੈ, ਸਾਰਿਆਂ ਸਮਿਆਂ ਵਿੱਚ ਸਾਰਿਆਂ ਦੀ ਪਾਲਣਾ ਕਰਦੇ। ਭੁਖਤ ਹੈ ਜਲ ਮੈਂ ਥਲ ਮੈਂ ਪਲ ਮੈਂ, ਕਲ ਕੇ ਨਹੀਂ ਕਰਮ ਵਿਚਾਰੈ।
ਜਲਾਂ ਵਿੱਚ, ਥਲਾਂ ਵਿੱਚ, ਪਲ ਪਲ ਦੇ ਵਿੱਚ ਪਾਲਣਾ ਕਰ ਰਹੇ। ਦੀਨ ਦਇਆਲ ਦਇਆ ਨਿਧ, ਦੁਖਨ ਦੇਖਤ ਹੈ ਪਰ ਦੇਵ ਨਾ ਹਾਰੈ। ਮਹਾਰਾਜ ਕਹਿੰਦੇ ਉਹ ਗਰੀਬਾਂ ਦੇ ਉੱਤੇ ਦਇਆ ਕਰਨ ਵਾਲਾ ਪਰਮੇਸ਼ਰ ਦੀਨ ਦਇਆਲ ਦਇਆ ਨਿਧ, ਦਇਆ ਦਾ ਨਿਧ ਖਜ਼ਾਨਾ ਹੈ, ਦਇਆ ਦਾ ਸਾਗਰ ਹੈ। ਦੁਖਨ ਦੇਖਤ ਹੈ, ਹਰ ਇੱਕ ਜੀਵ ਦੇ ਦੋਸ਼ਾਂ ਨੂੰ ਵੀ ਵੇਖਦਾ, ਗੁਨਾਹਾਂ ਐਬਾਂ ਨੂੰ ਵੀ ਵੇਖਦਾ ਹੈ, ਪਰ ਦੇਤ ਨਾ ਹਾਰੈ। ਦਾਤਾਂ ਦੇਣ ਤੋਂ ਫਿਰ ਵੀ ਪਿੱਛੇ ਨਹੀਂ ਹਟਦਾ, ਦਾਨ ਫਿਰ ਵੀ ਦੇਈ ਜਾਂਦਾ ਹੈ, ਰੋਜੀ ਰੋਟੀ ਫਿਰ ਵੀ ਦੇਈ ਜਾਂਦਾ ਹੈ। ਦੋਸ਼ ਵੀ ਸਾਰੇ ਜਾਣਦਾ ਹੈ, ਵੇਖਦਾ ਹੈ, ਕੁਝ ਵੀ ਉਹਦੇ ਤੋਂ ਲੁਕਿਆ ਛਿਪਿਆ ਨਹੀਂ। ਪਰ ਦੋਸ਼ਾਂ ਦਾ ਵੀ ਹਿਸਾਬ ਕਿਤਾਬ ਕਰੇਗਾ, ਐਬਾਂ ਦਾ ਵੀ ਹਿਸਾਬ ਕਿਤਾਬ ਲੇਖਾ ਜੋਖਾ ਤੇ ਕਰੇਗਾ, ਪਰ ਪਹਿਲਾਂ ਉਹ ਰੋਜੀ ਨਹੀਂ ਬੰਦ ਕਰਦਾ। ਇਸੇ ਕਰਕੇ ਉਹਨੂੰ ਰਾਜਕ ਆਖਿਆ ਹੈ, ਇਸੇ ਕਰਕੇ ਰੋਜੀ ਦੇਣ ਵਾਲਾ ਆਖਿਆ ਕਿ ਰੋਜੀ ਦਿਹਾਂਦ ਹੈ, ਇਹ ਰਾਜਕ ਰਹਿੰਦ ਹੈ। ਤਾਂ ਮਹਾਰਾਜ ਕਹਿੰਦੇ ਹੇ ਦਇਆ ਦੇ ਘਰ ਪਰਮੇਸ਼ਰ ਵਾਹਿਗੁਰੂ ਜੀ, ਆਪ ਦਇਆ ਵਿੱਚ ਆ ਕਰਕੇ ਦਾਨ ਕਰਦੇ ਹੋ, ਤੇ ਦਾਨ ਵੀ ਫਿਰ ਇੱਕ ਤਰ੍ਹਾਂ ਦਾ ਥੋੜਾ ਸਾਧ ਸੰਗਤ। ਪਰਮੇਸ਼ਰ ਦਾਤਾ ਕੱਲਾ ਰੋਜੀ ਰੋਟੀ ਦਾ ਦਾਨ ਹੀ ਤਾਂ ਨਹੀਂ ਦਿੰਦੇ ਹੋ, ਹਰ ਇੱਕ ਦਾਨ ਵਾਹਿਗੁਰੂ ਪਰਮੇਸ਼ਰ ਜੀ ਦੇ ਰਹੇ। ਆ ਮਨੁੱਖਾ ਸਰੀਰ ਵੀ ਉਹਨਾਂ ਨੇ ਦਿੱਤਾ ਤੇ ਦਾਨ ਵਿੱਚ ਹੀ ਦਿੱਤਾ ਹੈ ਸਾਧ ਸੰਗਤ। ਇਹ ਮਨੁੱਖਾ ਦੇਹ ਵੀ ਤਾਂ ਵਾਹਿਗੁਰੂ ਜੀ ਦੀ ਦਿੱਤੀ ਹੋਈ ਦਾਤ ਹੈ, ਕਿੰਨੀ ਵੱਡੀ ਵਡਮੁੱਲੀ ਦਾਤ ਹੈ, ਦੁਰਲੱਭ ਦਾਤ ਹੈ। ਸਵਾਸ ਵੀ ਪਰਮੇਸ਼ਰ ਵਾਹਿਗੁਰੂ ਜੀ ਨੇ ਵਡਮੁੱਲੀ ਕੀਮਤੀ ਦਾਤ ਦਿੱਤੀ ਹੋਈ ਹੈ। ਰੋਜੀ ਰੋਟੀ ਦਿੱਤਾ ਖਾਣ ਵਾਸਤੇ, ਪੀਣ ਵਾਸਤੇ, ਪਹਿਨਣ ਵਾਸਤੇ, ਤੇ ਫਿਰ ਹੋਰ ਕਿੰਨਾ ਦਾਨ ਦਿੱਤਾ ਹੋਇਆ, ਕਿੰਨੇ ਪਦਾਰਥ ਦਿੱਤੇ ਹੋਏ। ਫਿਰ ਇਸੇ ਤਰ੍ਹਾਂ ਨਾਮ ਦਾ ਦਾਨ ਵੀ ਦੇਣ ਵਾਲੇ ਆ, ਗਿਆਨ ਦਾ ਦਾਨ ਵੀ ਦੇਣ ਵਾਲੇ ਆ, ਬ੍ਰਹਮ ਗਿਆਨ ਦਾ ਦਾਨ ਦੇਣ ਵਾਲੇ ਆ। ਕਿੰਨੇ ਕੁ ਦਾਨ ਦਿੰਦੇ, ਉਹ ਸਾਰੇ ਦਾਨ ਗਿਣੇ ਨਹੀਂ ਜਾ ਸਕਦੇ। ਤਾਂ ਸਾਰੇ ਦਾਨ ਇਹ ਪ੍ਰਭੂ ਆਪ ਦਇਆ ਦੇ ਘਰ ਵਿੱਚ ਆ ਕਰਕੇ ਦਿੰਦੇ ਹੋ। ਕਰ ਕਰ ਦੇਖਣ ਹਾਰ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਆ ਕਿ ਆਪ ਜੀ ਕਰਕੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਸਾਰੀ ਸ੍ਰਿਸ਼ਟੀ ਦੀ ਪਾਲਣਾ, ਫਿਰ ਸਾਰਿਆਂ ਨੂੰ ਦੇਖਣ ਹਾਰ, ਸਾਰਿਆਂ ਦੇ ਵੇਖਣ ਹਾਰ ਹੋ, ਸਾਰਿਆਂ ਨੂੰ ਦੇਖ ਰਹੇ ਹੋ। ਪੈਦਾ ਵੀ ਆਪ ਹੀ ਕਰਦੇ ਹੋ, ਪਾਲਣਾ ਵੀ ਆਪ ਹੀ ਕਰਦੇ ਹੋ, ਸੰਘਾਰ ਵੀ ਆਪ ਹੀ ਕਰਦੇ ਹੋ, ਤੇ ਸਾਰਿਆਂ ਨੂੰ ਵੇਖਣ ਵਾਲੇ ਵੀ ਆਪ ਹੀ। ਵੈਸੀ ਆਪ ਜੀ ਦੀ ਅਸਚਰਜ ਖੇਡ ਹੈ, ਤੁਸੀਂ ਹੀ ਪੈਦਾ ਕਰ ਰਹੇ ਹੋ, ਤੁਸੀਂ ਪਾਲਣਾ ਕਰ ਰਹੇ ਹੋ, ਤੇ ਤੁਸੀਂ ਫਿਰ ਵੇਖ ਵੀ ਰਹੇ ਹੋ, ਸਾਰਿਆਂ ਕੱਲੇ ਕੱਲੇ ਨੂੰ ਵੇਖ ਰਹੇ ਹੋ। ਤੇ ਵੇਖ ਕੇ ਖੁਸ਼ ਵੀ ਹੁੰਦਾ ਪਰਮੇਸ਼ਰ ਵੀ ਆ ਮੇਰਾ ਪੈਦਾ ਕੀਤਾ ਹੋਇਆ ਬੰਦਾ ਜਿਹੜਾ ਵਾ ਕਿੰਨੀਆਂ ਚਲਾਕੀਆਂ ਚੁਸਤੀਆਂ ਜੀਆਂ ਵਰਤਦਾ ਫਿਰਦਾ, ਕਿਵੇਂ ਆਪੇ ਹੀ ਛਾਲਾਂ ਜੀਆਂ ਮਾਰੀ ਜਾਂਦਾ, ਕਿ ਕਿੰਨੀ ਹਉਮੈ ਕਰਦਾ। ਜਪਜੀ ਸਾਹਿਬ ਜੀ ਮਹਾਰਾਜ ਕਹਿੰਦੇ ਨਾ ਵੀ ਉਹ ਬੇਪਰਵਾਹ ਪਰਮੇਸ਼ਰ ਵੇਖ ਕਰਕੇ ਖੁਸ਼ ਵੀ ਹੁੰਦਾ, ਕੰਮਾਂ ਕਰਤੂਤਾਂ ਨੂੰ ਵੇਖ ਕੇ ਹੀ ਖੁਸ਼ ਹੁੰਦਾ ਕਿ ਵੇਖੋ ਪੈਦਾ ਤੈਨੂੰ ਮੈਂ ਕੀਤਾ ਤੇ ਆਪ ਮੁਹਾਰਾ ਜਿਹਾ ਫਿਰਦਾ, ਵੀ ਇਹਦੇ ਆਪਣੇ ਵੱਸ ਵਿੱਚ ਹੈ ਕੱਖ ਨਹੀਂ, ਕੁਝ ਨਹੀਂ, ਕਿ ਸਾਰਾ ਕੁਝ ਇਹਦਾ ਮੇਰੇ ਹੱਥ ਵਿੱਚ ਆ, ਇਹਦੇ ਸਵਾਸ ਮੇਰੇ ਹੱਥ ਵਿੱਚ ਆ, ਇਹਦੀ ਰੋਜੀ ਰੋਟੀ ਉਹ ਪਰਮੇਸ਼ਰ ਕਹਿੰਦਾ ਮੇਰੇ ਹੱਥ ਵਿੱਚ ਆ, ਇਹਦੇ ਸਾਰਾ ਕੁਝ ਹੀ ਵਾਹਿਗੁਰੂ ਦੇ ਹੱਥ ਵਿੱਚ ਹੀ ਆ, ਜੀਵ ਦਾ ਸਭ ਕੁਝ ਇਹਦੇ ਹੱਥ ਵਿੱਚ ਕੀ ਹੈ। ਪਰ ਇਹ ਹਉਮੈ ਜੀ ਕਰਦਾ ਫਿਰਦਾ। ਜਪਜੀ ਸਾਹਿਬ ਮਹਾਰਾਜ ਕਹਿੰਦੇ ਨਾ ਵੇਖੈ ਵਿਗਸੈ ਨਾਨਕ ਵੇਖੈ ਬੇਪਰਵਾਹ। ਉਹ ਬੇਪਰਵਾਹ ਜੋ ਪਰਮੇਸ਼ਰ ਹੈ ਉਹ ਵੇਖ ਵੇਖ ਕਰਕੇ ਵਿਗਸੈ ਖੁਸ਼ ਹੋ ਰਿਹਾ, ਪ੍ਰਸੰਨ ਹੋ ਰਿਹਾ, ਕਿਉਂਕਿ ਇਹਦੇ ਹੱਥ ਵਿੱਚ ਉਹਨੇ ਕੁਝ ਵੀ ਨਹੀਂ ਦਿੱਤਾ ਹੋਇਆ। ਜਨਮ ਮਨੁੱਖ ਦੇ ਹੱਥ ਵਿੱਚ ਨਹੀਂ ਹੈ, ਮਰਨ ਇਹਦੇ ਹੱਥ ਵਿੱਚ ਨਹੀਂ ਹੈ। ਮਹਾਰਾਜ ਸਾਹਿਬ ਨੇ ਜਪਜੀ ਸਾਹਿਬ ਦੀ ਬਚਨ ਫਰਮਾਏ ਆ ਕਿ ਆਖਣ ਜੋਰ ਚੁੱਪੈ ਨਾ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ। ਨਾ
ਜੀਵਨ ਦੇ ਵਿੱਚ ਹੀ ਜ਼ੋਰ ਹੈ ਤੇ ਨਾ ਮਰਨ ਦੇ ਵਿੱਚ ਹੀ ਜ਼ੋਰ ਹੈ। ਜ਼ੋਰ ਨਾ ਰਾਜ ਮਾਲ ਮਨ ਸੋ, ਜ਼ੋਰ ਨਾ ਸੁਰਤੀ ਗਿਆਨ ਵਿਚਾਰ। ਆਪਣੇ ਜ਼ੋਰ ਨਾਲ ਇਹ ਸੁਰਤੀ ਵੀ ਨਹੀਂ ਜੋੜ ਸਕਦਾ ਸ਼ਬਦ ਦੇ ਨਾਲ, ਗਿਆਨ ਦੀ ਵਿਚਾਰ ਵੀ ਨਹੀਂ ਕਰ ਸਕਦਾ, ਤੇ ਆਪਣੇ ਜ਼ੋਰ ਦੇ ਨਾਲ ਜੁਗਤੀਆਂ ਨਾਲ ਛੁੱਟ ਵੀ ਨਹੀਂ ਸਕਦਾ। ਜ਼ੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋੜ ਕਰ ਵੇਖੈ ਸੋਏ, ਨਾਨਕ ਉਤਮ ਨੀਚ ਨਾ ਕੋਈ। ਤਾਂ ਪਰਮੇਸ਼ਰ ਵਾਹਿਗੁਰੂ ਸਾਰਿਆਂ ਨੂੰ ਵੇਖ ਰਿਹਾ, ਕੱਲੇ ਕੱਲੇ ਨੂੰ ਵੇਖਣ ਹਾਰ ਹੈ। ਫਿਰ ਉਹ ਕੱਲਾ ਬਾਹਰੋਂ ਨਹੀਂ ਵੇਖਦਾ, ਅੰਦਰੋਂ ਵੀ ਵੇਖਦਾ। ਬਾਹਰੋਂ ਵੀ ਵੇਖਦਾ, ਅੰਦਰੋਂ ਵੀ ਵੇਖਦਾ। ਮਹਾਰਾਜ ਨੇ ਕਿਹਾ ਅੱਗੋਂ ਵੀ ਵੇਖਦਾ, ਪਿੱਛੋਂ ਵੀ ਵੇਖਦਾ। ਅੱਗੋਂ ਤੇ ਪਿੱਛੋਂ ਤੋਂ ਕੀ ਭਾਵ ਹੋਇਆ? ਪਿੱਛੋਂ ਜਿੰਨੇ ਜਨਮੇ ਨੇ ਪਿੱਛੇ ਆ ਉਹ ਵੀ ਸਾਰੇ ਉਹ ਵੇਖਦਾ ਜਾਣਦਾ, ਤੇ ਜਿੱਧਰ ਅੱਗੇ ਉਹਨੇ ਜਾਣਾ ਉਹ ਵੀ ਉਹ ਸਾਰਾ ਕੁਝ ਵੇਖਦਾ। ਉਹਦੀ ਦ੍ਰਿਸ਼ਟੀ ਬੜੀ ਦੂਰ ਦ੍ਰਿਸ਼ਟੀ ਹੈ। ਤਾਂ ਇਸੇ ਨੂੰ ਗਰੀਬ ਨਵਾਜ ਨੇ ਆਖਿਆ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਸਾਰਿਆਂ ਨੂੰ ਪੈਦਾ ਕਰਕੇ, ਸਭ ਦੀ ਪਾਲਣਾ ਕਰਕੇ, ਇਹ ਪ੍ਰਭੂ ਜੀ ਆਪ ਸਾਰਿਆਂ ਨੂੰ ਦੇਖਣ ਹਾਰ, ਵੇਖਣ ਵਾਲੇ ਹੋ। ਦਇਆ ਕਰ ਹੈ ਪ੍ਰਭ ਮੇਲ ਲਹਿ। ਪ੍ਰਭੂ ਜੀ ਆਪ ਜੀ ਦਇਆ ਕਰਦੇ ਹੋ ਤੇ ਫਿਰ ਆਪਣੀ ਸਤ ਸੰਗਤ ਵਿੱਚ ਮੇਲ ਲੈਂਦੇ ਹੋ। ਆਪ ਦਇਆ ਕਰਦੇ, ਇਸ ਵੇਲੇ ਆਪ ਦਇਆ ਕਰਦੇ ਹੋ, ਫਿਰ ਆਪਣੇ ਸ਼ਬਦ ਨਾਲ ਮੇਲ ਲੈਂਦੇ ਹੋ। ਜਿਸ ਵੇਲੇ ਆਪ ਜੀ ਦਇਆ ਕਰਦੇ ਹੋ, ਆਪਣੇ ਉਪਦੇਸ਼ ਨਾਲ ਮੇਲ ਕਰਕੇ ਤੇ ਆਪਣੇ ਆਪ ਦੇ ਨਾਲ ਮੇਲ ਲੈਂਦੇ ਹੋ। ਇਸ ਕਰਕੇ ਵਾਹਿਗੁਰੂ ਪਰਮੇਸ਼ਰ ਦੀ ਦਇਆ ਪ੍ਰਾਪਤ ਹੋ ਜਾਵੇ, ਮਿਹਰ ਪ੍ਰਾਪਤ ਹੋ ਜਾਵੇ। ਆਪਣੇ ਆਪ ਨਹੀਂ ਛੁਟਕਾਰਾ ਹੋ ਸਕਦਾ। ਵਾਹਿਗੁਰੂ ਪਰਮੇਸ਼ਰ ਜੀ ਦਇਆ ਕਰਦੇ ਹਨ, ਤਰਸ ਦੇ ਘਰ ਵਿੱਚ ਆ ਜਾਣ ਤੇ ਫਿਰ ਸਾਰੇ ਹੀ ਬੰਧਨ ਕੱਟੇ ਜਾਣਗੇ। ਫਿਰ ਸਭ ਲੇਖਾ ਜੋਖਾ ਹੀ ਸਮਾਪਤ ਹੋ ਜਾਵੇਗਾ। ਲੇਖਾ ਕਤਹਿ ਨਾ ਛੂਟੀਐ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਜਿਸ ਵੇਲੇ ਬਖਸ਼ਿਸ਼ ਦੇ ਘਰ ਵਿੱਚ ਆ ਕਰਕੇ ਬਖਸ਼ ਦੇਣਗੇ ਨਾ ਗੁਨਾਹਾਂ ਨੂੰ, ਐਬਾਂ ਨੂੰ, ਤੇ ਫਿਰ ਛੁਟਕਾਰਾ ਹੋ ਜਾਵੇਗਾ। ਤਾਂ ਹੀ ਬੇਨਤੀਆਂ ਕੀਤੀਆਂ। ਕਿੰਨੇ ਸ਼ਬਦ ਗੁਰੂ ਸਾਹਿਬ ਜੀ ਨੇ ਬੇਨਤੀਆਂ ਦੇ ਉਚਾਰਨ ਕੀਤੇ ਅੰਮ੍ਰਿਤ ਬਾਣੀ ਦੇ, ਤੇ ਉਹਨਾਂ ਸ਼ਬਦਾਂ ਨੂੰ ਪੜ੍ਹਦਿਆਂ ਹੋਇਆਂ ਜੀਵ ਨੇ, ਜਗਿਆਸੂ ਨੇ ਆਪਣੇ ਵੱਲੋਂ ਪਰਮੇਸ਼ਰ ਵਾਹਿਗੁਰੂ ਜੀ ਅੱਗੇ ਬੇਨਤੀਆਂ ਹੀ ਕਰਨੀਆਂ। ਅਰਦਾਸ ਬੇਨਤੀ ਆ, ਤਰਲਾ ਹੀ ਆ ਮਹਾਰਾਜ ਦੇ ਅੱਗੇ। ਹੁਣ ਸੁਖਮਨੀ ਸਾਹਿਬ ਦੀ ਇਹ ਪੌੜੀ, ਇਹ ਪਦਾ, ਚੌਥੀ ਅਸ਼ਟਪਦੀ ਦਾ ਅਖੀਰਲਾ ਪਦਾ ਜਦੋਂ ਆਪਾਂ ਅਰਦਾਸ ਤੋਂ ਪਹਿਲਾਂ ਪੜ੍ਹਦੇ ਹਾਂ ਤੇ ਮਹਾਰਾਜ ਅੱਗੇ ਤਰਲਾ ਹੀ ਪਾਉਂਦੇ ਹਾਂ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਵੀ ਮੇਰੇ ਮਾਲਕਾ, ਇਹ ਜ਼ਿੰਦਗੀ ਵੀ ਤੁਸੀਂ ਦਿੱਤੀ ਹੈ, ਸਰੀਰ ਵੀ ਆਪ ਜੀ ਨੇ ਦਿੱਤਾ ਹੈ, ਤੇ ਮੇਰੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ। ਜੀਓ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਹੈ ਸੂਖ ਘਨੇਰੇ। ਤੋਏ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੁਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਇਹ ਬੇਨਤੀਆਂ ਇਸੇ ਤਰ੍ਹਾਂ ਕਿਰਪਾ ਕਰੋ ਦੀਨ ਕੇ ਦਾਤੇ, ਇਹ ਬੇਨਤੀ ਕੀਤੀ ਹੈ। ਇਹ ਪ੍ਰਭੂ ਜੀ ਕਿਰਪਾ ਕਰੋ, ਮਿਹਰ ਕਰੋ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰਹੁ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਾਤੇ। ਇਹ ਪ੍ਰਭੂ ਜੀ ਅਸੀਂ ਆਪਣੇ ਕੀਤੇ ਕਰਮਾਂ ਅਨੁਸਾਰ ਆਪ ਜੀ ਤੋਂ ਵਿਛੜੇ ਹੋਏ ਆ, ਤੇ ਆਪ ਸਾਡੇ ਤੇ ਕਿਰਪਾ ਕਰੋ, ਤਰਸ ਕਰੋ, ਸਾਨੂੰ ਮੇਲ ਲਓ ਦਇਆ ਕਰਕੇ। ਦਇਆ ਕਰਹਿ ਰੱਬ ਮੇਲ ਲੈ ਹੈ। ਜਗਤ ਗੁਰੂ ਜੀ ਕਹਿੰਦੇ ਜਿਸ ਵੇਲੇ ਪ੍ਰਭੂ ਜੀ ਤੁਸੀਂ ਦਇਆ ਕਰਦੇ ਹੋ ਤੇ ਫਿਰ ਆਪਣੇ ਨਾਲ ਮੇਲ ਲੈਂਦੇ ਹੋ ਜੀ।
ਇਹ ਜੀਵ ਦੀ ਮੰਜ਼ਿਲ ਸਾਧ ਸੰਗਤ ਜੀ ਵਾਹਿਗੁਰੂ ਨਾਲ ਮਿਲਣਾ ਹੈ। ਬਾਕੀ ਸਾਰਾ ਸਫ਼ਰ ਹੈ, ਪੈਂਡਾ ਹੈ, ਮੰਜ਼ਿਲ ਇਹਦੀ ਹੈ ਪ੍ਰਮਾਤਮਾ ਨਾਲ ਮਿਲਣਾ। ਪਹਾੜਾਂ ਤੋਂ ਬਰਫ਼ ਖੁਰਦੀ ਆ, ਨਦੀਆਂ ਤੇ ਦਰਿਆਵਾਂ ਦਾ ਰੂਪ ਬਣ ਕਰਕੇ ਚੱਲ ਪੈਂਦੀ ਤੇ ਸਫ਼ਰ ਤੈਅ ਕਰਦੀ ਰਹਿੰਦੀ ਹੈ। ਮੰਜ਼ਿਲ ਹੈ ਸਮੁੰਦਰ, ਸਮੁੰਦਰ ਨਾਲ ਜਾ ਕੇ ਮਿਲਣਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਿਸ ਵੇਲੇ ਜੀਵ ਦੀ ਜੋਤੀ ਪ੍ਰਭੂ ਜੋਤੀ ਦੇ ਨਾਲ ਮਿਲੇਗੀ, ਸੰਪੂਰਨਤਾ ਫੇਰ ਹੈ। ਮਨੁੱਖਾ ਜਨਮ ਇਹ ਮਿਲਣ ਵਾਸਤੇ ਪ੍ਰਾਪਤ ਹੋਇਆ, ਮਿਲਣ ਵਾਸਤੇ। ਮਿਲ ਜਗਦੀਸ਼ ਮਿਲਣ ਕੀ ਬਰੀਆ, ਤਾਂ ਹੀ ਮਹਾਰਾਜ ਸਾਹਿਬ ਕਹਿੰਦੇ ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤੇ ਮਿਲਣ ਵਾਸਤੇ ਕਰਨਾ ਕੀ ਪਵੇਗਾ? ਮਹਾਰਾਜ ਨੇ ਦੱਸਿਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਾਜ ਕੇਵਲ ਨਾਮ। ਨਾਮ ਦਾ ਭਜਨ ਕਰਨਾ ਪਵੇਗਾ, ਤੇ ਬੇਨਤੀ ਕਰਨੀ ਪਵੇਗੀ। ਕਿਰਤ ਕਰਮ ਕੇ ਵਿਛੋੜੇ, ਕਿਰਤ ਕਰਮ ਕੇ ਵਿਛੋੜੇ, ਕਿਰਤ ਕਰਮ ਕੇ ਵਿਛੋੜੇ, ਕਿਰਤ ਕਰਮ ਕੇ ਵਿਛੋੜੇ। ਕਰ ਕਿਰਪਾ ਮਿਲਹੁ ਰਾਮ, ਕਰ ਕਿਰਪਾ ਮਿਲਹੁ ਰਾਮ, ਕਰ ਕਿਰਪਾ ਮਿਲਹੁ ਰਾਮ, ਕਰ ਕਿਰਪਾ ਮਿਲਹੁ ਰਾਮ। ਚਾਰ ਕੁੰਟ ਦਹਿ ਦਿਸ ਭ੍ਰਮੇ, ਚਾਰ ਕੁੰਟ ਦਹਿ ਦਿਸ ਭ੍ਰਮੇ, ਚਾਰ ਕੁੰਟ ਦਹਿ ਦਿਸ ਭ੍ਰਮੇ, ਚਾਰ ਕੁੰਟ ਦਹਿ ਦਿਸ ਭ੍ਰਮੇ। ਥਕ ਆਏ ਪ੍ਰਭ ਕੀ ਸਾਮ, ਥਕ ਆਏ ਪ੍ਰਭ ਕੀ ਸਾਮ, ਥਕ ਆਏ ਪ੍ਰਭ ਕੀ ਸਾਮ, ਥਕ ਆਏ ਪ੍ਰਭ ਕੀ ਸਾਮ। ਕਰ ਕਿਰਪਾ ਮਿਲਹੁ ਰਾਮ, ਕਰ ਕਿਰਪਾ ਮਿਲਹੁ ਰਾਮ, ਕਰ ਕਿਰਪਾ ਮਿਲਹੁ ਰਾਮ, ਕਰ ਕਿਰਪਾ ਮਿਲਹੁ ਰਾਮ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕ ਕੇ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਹਮ ਮੈਲੇ ਤੁਮੇ ਉਜਲ ਕਰਤੇ, ਹਮ ਮੈਲੇ ਤੁਮੇ ਉਜਲ करते, हम मैले तुम उज्जल करते, हम मैले तुम उज्जल करते। हम निर्गुण तू दाता, हम निर्गुण तू दाता, हम निर्गुण तू दाता, हम निर्गुण तू दाता। हम मूर्ख तुम चतुर सियाने, हम मूर्ख तुम चतुर सियाने, हम मूर्ख तुम चतुर सियाने, हम मूर्ख तुम चतुर सियाने। सर्व कला का ज्ञाता तू, सर्व कला का ज्ञाता, सर्व कला
ऐसे तू ऐसा माधो, हम ऐसे तू ऐसा माधो, हम ऐसे तू ऐसा। हम पापी तुम पाप खंडन, हम पापी तुम पाप खंडन, हम पापी तुम पाप खंडन, हम पापी तुम पाप खंडन। नीको ठाकुर देसा तुम सब साजे साज नवाजे, जियो पिंड दे प्राना, निर्गुण यारे गुण नहीं कोई, तुम दान देहो मेहरबाना। तुम करो भला हम भलो न जाने, तुम सदा सदा दयाला, तुम सुखदाई पुरख विधाते, तुम राखो अपने बाला, तुम निधान अटल सुल्तान, जी जंत सब जच, कहो नानक हम यह हवाला, राज संतन कै पातशाह। महाराज साडा इस तरह का हाल है, ਅਸੀਂ ਇਹੋ ਜਿਹੇ ਹਾਂ, ਆਪ ਜੀ ਦੀ ਸ਼ਰਨ ਵਿੱਚ ਆਏ ਆ, ਬੇਨਤੀ ਕਰਦੇ ਆ ਆਪ ਕਿਰਪਾ ਕਰਕੇ ਮਹਾਰਾਜ ਸਾਨੂੰ ਮੇਲ ਲਾਓ, ਆਪ ਦਇਆ ਕਰੋ। ਕਿੰਨੇ ਬੇਨਤੀ ਦੇ ਸ਼ਬਦ ਉਚਾਰਨ ਕੀਤੇ ਸਤਿਗੁਰੂ ਜੀ ਨੇ ਤੇ ਆਖਿਆ ਇਹ ਭਾਈ ਇਸ ਤਰ੍ਹਾਂ ਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਬੇਨਤੀ ਕਰੀਏ, ਇਹਨਾਂ ਸ਼ਬਦਾਂ ਨੂੰ ਪੜ੍ਹ ਕੇ, ਇਹਨਾਂ ਬਚਨਾਂ ਨੂੰ ਆਪਣੇ ਹਿਰਦੇ ਵਸਾ ਕੇ ਤਰਲਾ ਪਾਈਏ, ਸਤਿਗੁਰ ਆਇਓ ਸਰਨ ਤੁਹਾਰੀ। ਸਤਿਗੁਰੂ ਜੀ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ, ਸਤਿਗੁਰ ਆਇਓ ਸਰਨ ਤੁਹਾਰੀ, ਮੇਰਾ ਸੁਖ ਨਾਮ ਹਰ ਸੁਭਾ, ਚਿੰਤਾ ਲਾਹੇ ਹਮਾਰੀ, ਅਵਰ ਨਾ ਸੂਝੈ ਦੂਜੀ ਠਾਹਰ। ਮਾਰੇ ਆਪ ਜੀ ਤੋਂ ਬਿਨਾਂ ਹੋਰ ਕੋਈ ਥਾਂ ਮੈਨੂੰ ਸੁਝਦੀ ਨਹੀਂ, ਮੈਂ ਕਿਹੜੇ ਥਾਂ ਤੇ ਜਾਵਾਂ। ਸਾਰੇ ਦੁਆਰੇ ਵੇਖ ਲਿਆ ਤੇ ਸਾਰਿਆਂ ਨੂੰ ਛੱਡ ਕੇ ਆਪ ਜੀ ਦੇ ਚਰਨਾਂ 'ਚ ਆਇਆ। बरस एक हो फिरियो किने न हो परचो लायो, कहते है कहते सुनी रहत को खुशी न आयो, हर नाम छोड़ दूजा लगे तिनके गुण हो, क्या कहो गुरदइये मिलायो टिकिया, जब तू रखा है देव रहो। सगल द्वार का छाट के गहे तुहारो द्वार, सारे द्वारियां नूं छड्ड के हे धन गुरु नानक देव साहब जी महाराज आप जी दे द्वारे नूं फड़िया, बाहें गहे की लाज अस गोबिंद दास तुहार। सतगुर आयो शरण तुहारी, मेरा सुख नाम हर सुभा, चिंता लाहे हमारी, अवर ना सूझै दूजी ठाहर, हार परयो ताओ द्वारी, लेखा छोड़ अलेखा छूटा है, हम निर्गुण लेहो उबारी, क्योंकि तुसी सदा ही बख्शिशां करन वाले हो। सत बख्शिंद सदा मेहरबाना, सबना दे आधारी, नानक दास संत पातशाह परियो, राख लेहो इह पारी। जगत गुरु जी कहते परमेश्वर वाहिगुरु जी जिस वेले दया करते हैं, तरस करते, दया करे प्रभ मेल लै, ते प्रभु जी फिर अपने नाल मेल लेंदे दया करके। परमेश्वर की एडी वड्डी समर्था है, एक खिण विच ढा दिंदे आ ते एक खिण विच उसार दिंदे आ। एक खिण विच उन्हां ने सृष्टि नूं उसारिया वा, कोई बहुता लम्मा चौड़ा समा नहीं लाया सृष्टि नूं पैदा करन वास्ते, ते जदों ढाउणा वा ते एक खिण विच ही ढा दिंदे आ। बस अख झमकण जिन्ने समय दे विच ही उसार दिंदे सारी सृष्टि, ते इन्ने क समय दे विच ही जिस वेले समाप्त करनी है ते इन्ने समय विच ही ढा भी दिंदे। हरन भरन जाता नेत्रपोर ही आख्या, नेत्रपोर भी अख दा खोलण मीटण जिन्ना समा, अख प्रके जिन्ना समा है, इन्ने चिर दे विच ही पैदा कर देंदे ते इन्ने चिर विच ही समाप्ति कर देंदे। हरन भरन जाता नेत्रपोर, तिसका मंत्र ना जाने हो। जे कोई आखे कि इन्ने क समय दे विच इन्ने खंड ब्रह्मंड, धरती आकाश, इन्नी बनस्पति, इन्नियां जूना, अख झमकण जिन्ने समय विच किवें परमेश्वर पैदा कर दिंदा है, इन्ने समय विच किवें नाश कर दिंदा है। ते महाराज कहंदे भी इस मंत्र नूं आप ही जानदा वा, इस मंत्र नूं कोई दूजा नहीं जान सकदा।
ਇਹ ਪੈਦਾ ਕਰਨ ਵਾਲਾ ਤੇ ਸਮਾਪਤ ਕਰਨ ਵਾਲਾ ਮੰਤਰ ਉਹਦੇ ਕੋਲੇ ਹੀ ਆ। ਹੋਰ ਕੋਈ ਨਹੀਂ ਇਸ ਗੱਲ ਨੂੰ ਜਾਣ ਸਕਦਾ। ਉਹ ਇੰਨੇ ਸਮੇਂ ਦੇ ਵਿੱਚ ਹੀ ਸਭ ਕੁਝ ਕਰ ਦਿੰਦਾ। ਇੱਕ ਬੋਲ ਦੇ ਨਾਲ ਹੀ ਕੀਤਾ ਫਸਾਓ ਇੱਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਲੱਖਾਂ ਦਰਿਆ ਪਾਣੀ ਦੇ, ਮਨੁੱਖਾਂ ਦੇ, ਜੀਵਾਂ ਜੰਤੂਆਂ ਦੇ ਇੱਕ ਕਵਾਓ ਦੇ ਨਾਲ ਹੀ ਸਭ ਕੁਝ ਪੈਦਾ ਕਰ ਦਿੱਤਾ। ਏਕ ਕਵਾਵੇ ਤੇ ਸਭ ਹੋਆ, ਓੰਕਾਰ ਉਤਪਾਦੀ ਕੀਆ ਦਿਨਸ ਸਭ ਰਾਤੀ। ਇੱਕ ਖਿਣ ਦੇ ਵਿੱਚ ਹੀ। ਇਸੇ ਨੂੰ ਭਗਤ ਕਬੀਰ ਸਾਹਿਬ ਜੀ ਨੇ ਵੀ ਆਖਿਆ, ਰਾਜ ਆਸ਼ਰਮ ਨਿਤ ਨਹੀਂ ਜਾਨੀ ਤੇਰੀ, ਤੇਰੇ ਸੰਤਨ ਕੀ ਹੋ ਚੇਰੀ। ਹਸਤੋ ਜਾਏ ਸੋ ਰੋਵਤ ਆਵੇ, ਰੋਵਤ ਜਾਏ ਸੋ ਹਸੈ। ਬਸਤੋ ਹੋਏ ਹੋਏ ਸੋ ਊਜਰ, ਊਜਰ ਹੋਏ ਸੋ ਬਸੈ। ਜਲ ਤੇ ਥਲ ਕਰ ਥਲ ਤੇ ਕੂਆ, ਕੂੜ ਤੇ ਮੇਰ ਕਰਾਵੇ। ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ। ਖਲ ਮੂਰਖ ਤੇ ਪੰਡਿਤ ਕਰਬੋ, ਪੰਡਤ ਤੇ ਮੁਗਧਾਰੀ। ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਨ ਤੇ ਜੋ ਨਾਰੀ। ਕਹੋ ਕਬੀਰ ਸਾਧੂ ਕੋ ਪ੍ਰੀਤਮ, ਇਸ ਮੂਰਤ ਬਲਿਹਾਰੀ। ਉਹ ਇੱਕ ਛਿਣ ਦੇ ਵਿੱਚ ਹੀ ਹੋਰ ਤੋਂ ਹੋਰ ਕੁਝ ਕਰ ਦਿੰਦਾ। ਖਿਨ ਮੈਂ ਅਵਰ ਖਿਨੈ ਮਹਿ ਅਵਰਾ, ਅਚਰਜ ਚਲਤ ਤੁਮਾਰੇ। ਰੂੜੋ ਗੂੜੋ ਗਹਿਰ ਗੰਭੀਰੋ, ਉੱਚਾ ਅਗਮ ਅਪਾਰੇ। ਐਸਾ ਉਹ ਉੱਚਾ ਤੇ ਅਗਮ ਅਪਾਰ ਹੈ, ਬੇਅੰਤ ਹੈ, ਜਿਹੜਾ ਇੱਕ ਖਿਣ ਦੇ ਵਿੱਚ ਹੀ ਉਸਾਰ ਦਿੰਦਾ ਤੇ ਇੱਕ ਖਿਣ ਵਿੱਚ ਹੀ ਢਾ ਦਿੰਦਾ। ਇੱਕ ਖਿਣ ਦੇ ਵਿੱਚ ਹੀ। ਨਾਵੇਂ ਪਾਤਸ਼ਾਹ ਨੇ ਵੀ ਫਰਮਾਇਆ, ਮਹਾਰਾਜ ਕਹਿੰਦੇ ਖਿਨ ਮਹਿ ਰਾਓ ਰੰਕ ਕਉ ਕਰਈ, ਰਾਓ ਰੰਕ ਕਰ ਡਾਰੇ। ਰੀਤੇ ਭਰੇ ਭਰੇ ਸਖਨਾਵੇ, ਜਹ ਤਾਕੋ ਬਿਵਹਾਰੇ। ਇੱਕ ਖਿਣ ਦੇ ਵਿੱਚ ਨਰ ਚਾਹਤ ਕਛ ਔਰ ਕੀ ਔਰ ਭਈ। ਚਿਤਵਤ ਰਹੋ ਠਗੌਰ, ਨਾਨਕ ਫਾਸੀ ਗਲ ਭਰੇ। ਇੱਕ ਛਿਣ ਵਿੱਚ ਹੋਰ ਤੋਂ ਹੋਰ ਕਰਨ ਦੀ ਉਹ ਪਰਮੇਸ਼ਰ ਸਮਰੱਥਾ ਰੱਖਦੇ ਆ। ਤੇ ਜਿਹੜਾ ਇਸੇ ਤਰ੍ਹਾਂ ਉਸਰਿਆ ਹੋਇਆ ਹੈ ਨਾ ਅੰਦਰ ਅਗਿਆਨ, ਇੱਕ ਖਿਣ ਵਿੱਚ ਹੀ ਉਸ ਅਗਿਆਨ ਨੂੰ, ਵਿਕਾਰਾਂ ਦੀ ਸੰਪਦਾ ਨੂੰ, ਆਸੁਰੀ ਸੰਪਦਾ ਨੂੰ ਢਾ ਦਿੰਦੇ ਆ। ਤੇ ਜਿਹੜੀ ਢੱਠੀ ਹੋਈ ਹੈ ਉਹ ਦੈਵੀ ਸੰਪਦਾ ਨੂੰ ਉਸਾਰ ਦਿੰਦੇ ਇੱਕ ਖਿਣ ਦੇ ਵਿੱਚ। ਭਾਵ ਇੱਕ ਖਿਣ ਦੇ ਵਿੱਚ ਹੀ ਜੀਵ ਦੇ ਅੰਦਰੋਂ ਅਗਿਆਨ ਨੂੰ ਢਾ ਦਿੰਦੇ ਤੇ ਗਿਆਨ ਨੂੰ ਉਸਾਰ ਦਿੰਦੇ ਹਨ। ਇੱਕ ਖਿਣ ਦੇ ਵਿੱਚ ਹੀ ਔਗੁਣਾਂ ਨੂੰ ਢਾ ਕਰਕੇ ਤੇ ਗੁਣਾਂ ਨੂੰ ਪ੍ਰਫੁੱਲਤ ਕਰ ਦਿੰਦੇ, ਉਸਾਰ ਦਿੰਦੇ ਹਨ। ਪ੍ਰਭੂ ਜੀ ਦਾਨਾ ਤੂੰ ਬਿਨਾ ਤੋਹੇ। ਜਗਤ ਗੁਰੂ ਜੀ ਕਹਿੰਦੇ, ਹੋਇਆ ਅਕਾਲ ਪੁਰਖ ਵਾਹਿਗੁਰੂ ਦਾਨਾ ਤੂੰ, ਤੂੰ ਦਾਨਾ ਹੈ। ਦਾਨਾ ਨਾਮ ਹੈ ਕਿ ਹੋਏ ਵਾਹਿਗੁਰੂ ਪਰਮੇਸ਼ਰ ਜੀ ਤੂੰ ਜਾਣਨ ਵਾਲਾ ਹੈ। ਦਾਨਾ ਕਹਿੰਦੇ ਜਾਣਨ ਵਾਲੇ, ਦਾਨਾ ਕਹਿੰਦੇ ਸਿਆਣੇ ਨੂੰ। ਜਿਵੇਂ ਆਮ ਹੀ ਕਹਿੰਦੇ ਨਾ ਦਾਨਾ ਪ੍ਰਧਾਨਾ, ਸਿਆਣੇ ਨੂੰ, ਵੱਡੇ ਨੂੰ। ਉਹ ਪਰਮੇਸ਼ਰ ਦਾਨਾ ਵਾ, ਸਭ ਤੋਂ ਵੱਡਾ ਤੇ ਸਭ ਤੋਂ ਸਿਆਣਾ। ਦਾਨਾ ਜਾਣਨ ਵਾਲਾ ਹੈ, ਹਰ ਇੱਕ ਨੂੰ ਜਾਣਨ ਵਾਲਾ ਹੈ। ਦਾਨਾ ਵੀ ਤੂੰ ਹੈ, ਜਾਣਨ ਵਾਲਾ ਵੀ ਤੂੰ। ਤੇ ਬੀਨਾ ਤੁਹੀ, ਬੀਨਾ ਨਾਮ ਹੈ ਵੇਖਣ ਵਾਲੇ ਦਾ। ਵੇਖਣ ਵਾਲਾ ਵੀ ਤੂੰ ਹੈ, ਜਾਣਨ ਵਾਲਾ ਵੀ ਹੈ ਤੇ ਵੇਖਣ ਵਾਲਾ ਵੀ ਹੈ। ਬੀਨ, ਦੂਰਬੀਨ, ਇੱਕ ਜੰਤਰ ਵਾਲਾ, ਉਹਨੂੰ ਅੱਖਾਂ ਅੱਗੇ ਲਾ ਕਰਕੇ ਵੇਖਦੇ ਆ ਤੇ ਦੂਰ ਦੀ ਚੀਜ਼ ਜਿਹੜੀ ਉਹ ਨੇੜੇ ਦਿਸਣ ਲੱਗ ਪੈਂਦੀ, ਕਹਿ ਦਿੰਦੇ ਦੂਰਬੀਨ। ਬੀਨਾ ਪਦ ਆਇਆ ਨਾ, ਬੀਨਾ, ਬੀਨਾ ਨਾਮ ਹੈ ਵੇਖਣ ਦਾ। ਉਹ ਪਰਮੇਸ਼ਰ ਵਾਹਿਗੁਰੂ ਜੀ ਹਰ ਇੱਕ ਨੂੰ ਵੇਖਣ ਵਾਲਾ, ਅੰਦਰੋਂ ਬਾਹਰੋਂ ਵੇਖਦਾ। ਇਸ ਕਰਕੇ ਪ੍ਰਭੂ ਜੀ ਤੁਸੀਂ ਹਰ ਇੱਕ ਨੂੰ ਜਾਣਨ ਵਾਲੇ ਦਾਨਾ ਹੋ, ਦਨਾ ਹੋ, ਤੇ ਬੀਨਾ ਵੇਖਣ ਵਾਲੇ ਵੀ ਆਪ ਜੀ ਹੋ। ਦਾਨਾ ਕੈ ਸਿਰ ਦਾਨ। ਦਾਨਾ, ਦਾਨੀਆਂ ਦੇ ਸਿਰ ਤੇ ਸ਼੍ਰੋਮਣੀ ਦਾਨੀ ਵੀ ਤੁਸੀਂ ਹੋ। ਜਿੰਨੇ ਵੀ ਸੰਸਾਰ ਵਿੱਚ ਦਾਨੀ ਆ ਨਾ, ਉਹਨਾਂ ਸਾਰਿਆਂ ਦਾਨੀਆਂ ਤੋਂ ਸਿਰ ਸ਼੍ਰੋਮਣੀ ਦਾਨ ਦੇਣ ਵਾਲੇ ਆਪ ਜੀ ਹੋ। ਸਭ ਤੋਂ ਵੱਡੇ ਦਾਨੀ ਆਪ ਹੀ ਹੋ। ਸਭ ਤੋਂ ਵੱਡਾ ਦਾਨ ਸੰਸਾਰ ਨੂੰ ਆਪ ਜੀ ਨੇ ਦਿੱਤਾ। ਜਿੰਨਾ ਦਾਨ ਦਾਤੇ ਪਰਮੇਸ਼ਰ ਨੇ ਦਿੱਤਾ ਨਾ, ਇੰਨਾ ਦਾਨ ਕੋਈ ਦੇ ਹੀ ਨਹੀਂ ਸਕਦਾ ਤੇ ਇਹੋ ਜਿਹਾ ਦਾਨੀ ਕੋਈ ਹੋ ਹੀ ਨਹੀਂ ਸਕਦਾ। ਤਾਂ ਹੀ ਮਹਾਰਾਜ ਨੇ ਆਖਿਆ
सबना जिया का एक दाता, 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 सबना जिया का एक दाता। सो मैं विसर न जाए, सो मैं विसर न जाए, सो मैं विसर न जाई, सो मैं विसर न जाए। दत्ता दाता एक है, दत्ता दाता एक है, दत्ता दाता एक है, दत्ता दाता एक है। सबको देवनहार, सबको देवनहार, सबको देवनहार, सबको देवनहार। देंदे टोट न आवई, देंदे टोट न आवई, दिंदे तोट न आवई, दिंदे तोट न आवई। अगणित परे भंडार, अगणित परे भंडार, अगणित परे भंडार, अगणित परे भंडार। जगत भिखारी फिरत है, सब को दाता राम, कह नानक मन सिमर देह पूर्ण होवਹਿ ਕਾਮ। ਦਾਨਾ ਕੈ ਸਿਰ ਦਾਨ, ਦਾਨ ਦੇਣ ਵਾਲਿਆਂ ਦੇ ਸਿਰ ਤੇ ਸ਼੍ਰੋਮਣੀ ਦਾਨ ਦੇਣ ਵਾਲਾ ਹੈ ਪ੍ਰਭੂ ਤੂੰ ਆਪ ਹੀ ਹੈ। ਸਭ ਤੋਂ ਵੱਡਾ ਦਾਤਾ ਤੂੰ ਆਪ ਹੀ। ਕਿੱਡਾ ਵੱਡਾ ਦਾਨ ਦਿੱਤਾ ਹੈ ਜਗਤ ਨੂੰ, ਸੰਸਾਰ ਨੂੰ ਪਰਮੇਸ਼ਰ ਦਾਤੇ ਨੇ। ਆ ਜਿਹੜੀ ਧਰਤੀ ਦਿੱਤੀ ਹੈ ਨਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਦੇਗ ਹੀ ਦੇ ਦਿੱਤੀ ਇੱਕੇ ਵਾਰੀ ਸੰਸਾਰ ਨੂੰ ਦੇਗ। ਜਦੋਂ ਗੁਰੂ ਕੇ ਲੰਗਰ ਦੇ ਵਿੱਚ ਦਾਲ ਭਾਜੀ ਤਿਆਰ ਕੀਤੀ ਜਾਂਦੀ ਹੈ, ਸਬਜ਼ੀ, ਤਾਂ ਫਿਰ ਦੇਗ ਦੇ ਵਿੱਚ ਦਾਲ ਤਿਆਰ ਕੀਤੀ ਜਾਂਦੀ ਹੈ ਨਾ। ਕਹਿੰਦੇ ਵੀ ਅੱਜ ਜੋੜ ਮੇਲਾ ਹੈ ਜਾਂ ਅੱਜ ਗੁਰਪੁਰਬ ਹੈ, ਅੱਜ ਦਿਹਾੜਾ ਹੈ, ਤਾਂ ਅੱਜ ਵੱਡੀ ਦੇਗ ਦੇ ਵਿੱਚ ਦਾਲ ਸਬਜ਼ੀ ਤਿਆਰ ਕਰੀਏ। ਜੀ ਅੱਜ ਵੱਡੀ ਵਿੱਚ ਕਾਹਤੋਂ ਕਰਨੀ ਹੈ ਤਿਆਰ? ਕਹਿੰਦੇ ਅੱਜ ਸੰਗਤ ਜ਼ਿਆਦੀ ਆਉਣੀ, ਅੱਜ ਵੱਡੀ ਦੇਗ ਵਿੱਚ ਲੰਗਰ ਤਿਆਰ ਕੀਤਾ ਜਾਵੇ। ਵੱਡੀ ਦੇਗ, ਖੁੱਲੀ ਦਾਲ ਸਬਜ਼ੀ ਬਣ ਜਾਵੇ। ਪਰਮੇਸ਼ਰ ਨੇ ਧਰਤੀ ਰੂਪੀ ਦੇਗ ਦਿੱਤੀ ਸੰਸਾਰ ਨੂੰ, ਦੇਗ। ਇਹਦੇ ਵਿੱਚੋਂ ਹੀ ਕਣਕ ਨਿਕਲਦੀ, ਇਹਦੇ ਵਿੱਚੋਂ ਹੀ ਝੋਨਾ ਨਿਕਲਦਾ, ਇਹਦੇ ਵਿੱਚੋਂ ਹੀ ਦਾਲਾਂ ਨਿਕਲਦੀਆਂ, ਇਹਦੇ ਵਿੱਚੋਂ ਹੀ ਲੋਹਾ ਨਿਕਲਦਾ, ਇਹਦੇ ਵਿੱਚੋਂ ਹੀ ਸੋਨਾ ਨਿਕਲਦਾ। ਸਾਰਾ ਕੁਝ ਇਸ ਦੇਗ ਵਿੱਚ ਹੀ ਉਹਨੇ ਪਾ ਕੇ ਦੇ ਦਿੱਤਾ ਕਿ ਕੱਢੀ ਜਾਓ, ਦਿਖਾਈ ਖਰਚੀ ਜਾਓ, ਮੁੱਕਣ ਵਾਲਾ ਹੀ ਨਹੀਂ। ਗੁਰਬਾਣੀ 'ਚ ਬਚਨ ਆਇਆ, ਧਰਤੀ ਦੇਗ ਮਿਲੈ ਇੱਕ ਵੇਰਾ। ਧਰਤੀ ਰੂਪੀ ਦੇਗ ਮਿਲੀ ਹੋਈ ਆ ਸੰਸਾਰ ਨੂੰ ਇੱਕੇ ਵਾਰੀ। ਇਸ ਦੇਗ ਦੇ ਵਿੱਚੋਂ ਵੇਖੋ ਕਿੰਨਾ ਕੁਝ ਨਿਕਲੀ ਜਾਂਦਾ, ਕਦੀ ਮੁੱਕਦਾ ਦੇਗ ਦੇ ਵਿੱਚੋਂ। ਜਿੰਨੇ ਮਰਜ਼ੀ ਲੰਗਰ ਲਾਈ ਜਾਣ, ਧਰਤੀ ਰੂਪੀ ਦੇਗ ਮੁੱਕਣ ਵਾਲੀ ਨਹੀਂ। ਸਭ ਤੋਂ ਵੱਡਾ ਦਾਤਾ ਪਰਮੇਸ਼ਰ ਵਾਹਿਗੁਰੂ ਹੈ, ਉਹਦੀਆਂ ਰੀਸਾਂ ਕਿਹੜਾ ਕਰ ਲਵੇ। ਬਾਕੀ ਦੇ ਨਿੱਕੇ ਨਿੱਕੇ ਉਹਨੇ ਬਣਾਏ ਆ ਦਾਤੇ, ਕਿਸੇ ਨੂੰ ਥੋੜੇ ਜਿਹੇ 4 ਛਿੱਲੜ ਵੱਧ ਦੇ ਦਿੱਤੇ, ਕਿਸੇ ਨੂੰ ਘੱਟ ਦੇ ਦਿੱਤੇ। ਉਹ ਤਾਂ ਉਹਦੇ ਇੱਕ ਚੋਜ ਵਾ, ਉਹਦਾ ਇੱਕ ਖੇਡਾਂ ਵਾ, ਜੋ ਆਪਾਂ ਰਹਿਰਾਸ ਸਾਹਿਬ ਜੀ ਦੀ ਬਾਣੀ 'ਚ ਪੜ੍ਹਦੇ ਆ ਨਾ। ਗਰੀਬ ਨਵਾਜ ਕਹਿੰਦੇ ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਕਿਸੇ ਨੂੰ ਦਾਤਾ ਬਣਾ ਦਿੱਤਾ 4 ਰੁਪਏ ਵੱਧ ਦੇ ਕੇ, ਕਿਸੇ ਨੂੰ ਭਿਖਾਰੀ ਬਣਾ ਦਿੱਤਾ ਮੰਗਣ ਵਾਲਾ। ਇਹ ਤਾਂ ਵਾਹਿਗੁਰੂ ਦੇ ਚੋਜ ਆ। ਪਰ ਦਾਨਾ ਕੈ ਸਿਰ ਦਾਨ ਤਾਂ ਉਹ ਆਪ ਹੀ ਹੈ ਨਾ। ਦਾਨੀਆਂ ਦੇ ਸਿਰ ਸ਼੍ਰੋਮਣੀ ਦਾਨੀ ਉਹ ਆਪ ਹੀ ਹੈ। ਦਾਨ ਦੇਣ ਵਾਲਿਆਂ ਵਿੱਚੋਂ ਸਭ ਤੋਂ ਵੱਡਾ ਦਾਨ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ ਹੈ। ਉਹ ਜਿੱਥੇ ਰਿਜ਼ਕ ਦਾ ਦਾਨ ਦਿੰਦਾ ਹੈ, ਉੱਥੇ ਨਾਮ ਦਾ ਦਾਨ ਦਿੰਦਾ ਹੈ, ਗਿਆਨ ਦਾ ਦਾਨ ਦਿੰਦਾ ਹੈ। ਹਰ ਇੱਕ ਵਸਤੂ ਦਾ ਦਾਨ ਉਹ ਪਰਮੇਸ਼ਰ ਹੀ ਦੇ ਰਿਹਾ ਹੈ। ਸਭ ਤੋਂ ਵੱਡਾ ਦਾਤਾ ਜਿੰਨਾ ਵੀ ਦਾਨ ਦਿੱਤਾ। ਫਿਰ ਇਸੇ ਤਰ੍ਹਾਂ ਮਹਾਂਪੁਰਖ ਇੱਕ ਹੋਰ ਅਰਥ ਕਰਦੇ ਇਸ ਪਵਿੱਤਰ ਬਚਨ ਦਾ। ਕਹਿੰਦੇ ਕਿ ਦਾਨਾਂ ਵਿੱਚੋਂ ਜਿਹੜਾ ਭਾਈ ਆਪਣਾ ਸਿਰ ਦਾਨ ਦਿੰਦਾ ਹੈ ਨਾ, ਗੁਰੂ ਸਾਹਿਬ ਜੀ ਜਿਵੇਂ 5 ਪਿਆਰਿਆਂ ਨੇ ਸੀਸ ਹੀ ਭੇਟਾ ਕਰ ਦਿੱਤੇ।
ਆਪਣਾ ਸਿਰ ਹੀ ਦਾਨ ਦੇ ਦਿੱਤਾ ਗੁਰੂ ਸਾਹਿਬ ਜੀ ਨੂੰ। ਤੇ ਫਿਰ ਮਹਾਰਾਜ ਸਾਹਿਬ ਜੀ ਇਹ ਸੀਸ ਲੈ ਕਰਕੇ ਤੇ ਫਿਰ ਬ੍ਰਹਮ ਗਿਆਨ ਦਾ ਦਾਨ ਉਸ ਗੁਰਸਿੱਖ ਨੂੰ ਦੇ ਦਿੰਦੇ ਹਨ। ਜੀਵਨ ਮੁਕਤੀ ਦਾ ਦਾਨ ਮਹਾਰਾਜ ਸਾਹਿਬ ਜੀ ਬਖਸ਼ ਦਿੰਦੇ ਹਨ। ਦਾਲਤ ਭੰਜਨ ਦੁਖ ਦਲਣ। ਦਾਲਤ ਨਾਮ ਹੈ ਦਲਿੱਦਰ ਦਾ, ਭੰਜਨ ਨਾਮ ਹੈ ਭੰਨ ਦੇਣ ਦਾ, ਦਲਨ ਨਾਮ ਹੈ ਦਲ ਦੇਣ ਦਾ। ਜਿਵੇਂ ਦਾਣੇ ਦਲ ਦਈ ਦੇ ਤਲੀਆ ਬਣਾ ਦੇਈਦਾ ਨਾ ਦਲ ਕੇ, ਇਸੇ ਤਰ੍ਹਾਂ ਦਾਲਤ ਭੰਜਨ ਉਹ ਵਾਹਿਗੁਰੂ ਪਰਮੇਸ਼ਰ ਦਲਿੱਦਰ ਨੂੰ ਭੰਨ ਦੇਣ ਵਾਲਾ ਹੈ, ਗਰੀਬੀਆਂ ਨੂੰ ਭੰਨ ਦੇਣ ਵਾਲਾ, ਕੰਗਾਲੀਆਂ ਕੱਢ ਦੇਣ ਵਾਲਾ। ਤੇ ਦੁੱਖ ਦਲਣ, ਤੇ ਦੁੱਖਾਂ ਨੂੰ ਵੀ ਦਲੀਆ ਮਲੀਆ ਕਰ ਦਿੰਦਾ, ਦੁੱਖਾਂ ਨੂੰ ਵੀ ਦਲ ਕੇ ਰੱਖ ਦਿੰਦਾ, ਦੁੱਖਾਂ ਨੂੰ ਵੀ ਭੰਨ ਦਿੰਦਾ ਹੈ ਤੇ ਦਲਿੱਦਰ ਨੂੰ, ਗਰੀਬੀ ਨੂੰ ਵੀ ਭੰਨ ਦਿੰਦਾ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਆਠ ਪਹਿਰਿਆ ਰਾਧਿਆ ਪੂਰਨ ਸਤਿਗੁਰ ਗਿਆਨ। ਪਰ ਦੁੱਖ ਤਾਂ ਭੰਜਣਗੇ, ਦਲਿੱਦਰ ਤਾਂ ਭੱਜੇਗਾ, ਤਾਂ ਟੁੱਟੇਗਾ, ਦੁੱਖ ਤਾਂ ਗਲੇ ਜਾਣਗੇ ਜੇ ਜੀਵ ਨਾਮ ਦੇ ਨਾਲ ਜੁੜੇਗਾ। ਮਹਾਰਾਜ ਨੇ ਆਖਿਆ ਨਾ, ਆਠ ਪਹਿਰਿਆ ਰਾਧਿਆ ਪੂਰਨ ਸਤਿਗੁਰ ਗਿਆਨ, ਕਿ ਨਾਮ ਰੂਪੀ ਚੱਕੀ ਤਾਂ ਗੇੜਨੀ ਪਵੇਗੀ ਨਾ, ਇਹ ਹੀ ਦੁੱਖ ਦਲੇ ਜਾਣਗੇ। ਉਹ ਦਲ ਦਲਿੱਦਰਾਂ ਨੂੰ ਭੰਨਣ ਵਾਲਾ ਤੇ ਦੁੱਖਾਂ ਨੂੰ ਦਲ ਦੇਣ ਵਾਲਾ ਹੈ। ਗੁਰਮੁਖ ਗਿਆਨ ਧਿਆਨ। ਤੇ ਗੁਰੂ ਰੂਪ ਹੋ ਕਰਕੇ, ਮੁਖੀ ਗੁਰੂ ਰੂਪ ਹੋ ਕਰਕੇ ਸੰਸਾਰ ਨੂੰ ਗਿਆਨ ਵੀ ਦਿੰਦੇ ਆ ਪ੍ਰਭੂ ਜੀ, ਤੇ ਧਿਆਨ ਵੀ ਦਿੰਦੇ ਹਨ। ਨਿਰਗੁਣ ਸਰੂਪ ਦਾ ਗਿਆਨ ਦਿੰਦੇ ਹਨ, ਸਰਗੁਣ ਸਰੂਪ ਦਾ ਧਿਆਨ ਦਿੰਦੇ ਹਨ। ਤੇ ਗੁਰਮੁਖ ਹੋ ਕਰਕੇ, ਗੁਰਮੁਖ ਸਤਿਗੁਰਾਂ ਨੂੰ ਵੀ ਆਖਿਆ, ਮੁਖੀ ਗੁਰੂ ਹੋ ਕਰਕੇ ਗਿਆਨ ਦੀ ਦਾਤ ਵੀ ਬਖਸ਼ਦੇ ਆ ਤੇ ਧਿਆਨ ਲਾਉਣਾ ਵੀ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਤੇ ਗੁਰਮੁਖ ਅਕਾਲ ਪੁਰਖ ਵਾਹਿਗੁਰੂ ਨੂੰ ਵੀ ਆਖਿਆ, ਮਹਾਰਾਜ ਸਾਹਿਬ ਕਹਿੰਦੇ ਉਹ ਮੁਖੀ ਸਭ ਤੋਂ ਗੁਰੂ ਅਕਾਲ ਪੁਰਖ ਵਾਹਿਗੁਰੂ ਹੈ, ਸਭ ਦਾ ਗੁਰੂ ਉਹ ਪ੍ਰਭੂ ਹੈ। ਗੁਰ ਈਸਰ, ਗੁਰ ਗੋਰਖ, ਬਰਮਾ ਗੁਰ, ਪਾਰਬਤੀ ਮਾਈ, ਉਹ ਸਾਰਿਆਂ ਦਾ ਹੀ, ਸ਼ਿਵ ਜੀ ਦਾ ਵੀ ਗੁਰੂ ਹੈ, ਗੋਰਖ ਵਿਸ਼ਨੂੰ ਦਾ ਵੀ ਗੁਰੂ ਹੈ, ਬਰਮਾ ਦਾ ਵੀ ਗੁਰੂ ਹੈ, ਸਭ ਦੇਵੀਆਂ ਦਾ ਵੀ ਉਹ ਗੁਰੂ ਹੈ, ਅਕਾਲ ਪੁਰਖ ਵਾਹਿਗੁਰੂ। ਉਹ ਜੋ ਮੁਖੀ ਗੁਰੂ ਹੈ ਨਾ, ਤਤ ਨਿਰੰਜਨ ਜੋਤ ਸਮਾਈ, ਸੋਹੰ ਭੇਦ ਨਾ ਕੋਈ ਜੀਓ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਉਹ ਸਾਰੇ ਸੰਸਾਰ ਦੇ ਜੀਵਾਂ ਨੂੰ, ਜਿਨ੍ਹਾਂ ਨੂੰ ਉਹ ਦੇਣਾ ਚਾਹੁੰਦਾ ਹੈ ਨਾ ਸੰਸਾਰ ਦੇ ਵਿੱਚ, ਉਹਨਾਂ ਨੂੰ ਫਿਰ ਗਿਆਨ ਤੇ ਧਿਆਨ ਬਖਸ਼ਿਸ਼ ਕਰਦੇ ਹਨ। ਅਥਵਾ ਜਿਨ੍ਹਾਂ ਨੂੰ ਆਪਣੀ ਚਰਨ ਸ਼ਰਨ ਵਿੱਚ ਪਾ ਕੇ ਗੁਰਮੁਖ ਬਣਾ ਲੈਂਦੇ ਹਨ, ਉਹ ਫਿਰ ਗੁਰਮੁਖ ਜਿਹੜੇ ਆ ਉਹ ਗੁਰੂ ਕੇ ਗਿਆਨ ਨਾਲ ਜੁੜਦੇ ਆ, ਧਿਆਨ ਨਾਲ ਜੁੜਦੇ ਹਨ। ਉਹ ਗਿਆਨ, ਨਿਰਗੁਣ ਸਰੂਪ ਦਾ ਗਿਆਨ ਗੁਰੂ ਸਾਹਿਬ ਜੀ ਦੇ ਪਾਸੋਂ ਪ੍ਰਾਪਤ ਕਰਦੇ, ਸਰਗੁਣ ਸਰੂਪ ਦਾ ਧਿਆਨ ਪ੍ਰਾਪਤ ਕਰਦੇ, ਧਿਆਨ ਦੇ ਵਿੱਚ ਲੀਨ ਹੁੰਦੇ। ਇਹ ਗਿਆਨ ਧਿਆਨ ਦੀ ਦਾਤ ਗੁਰੂ ਸਾਹਿਬ ਜੀ ਦੀ ਸ਼ਰਨ ਦੇ ਵਿੱਚੋਂ ਗੁਰਮੁਖਾਂ ਨੂੰ ਪ੍ਰਾਪਤ ਹੁੰਦੀ ਹੈ, ਸਤਿਗੁਰੂ ਜੀ ਬਖਸ਼ਿਸ਼ ਕਰਕੇ ਦਿੰਦੇ ਹਨ। ਇਹ 35ਵੀਂ ਪੌੜੀ ਵਿੱਚ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਆ ਕਿ ਇਹ ਭਾਈ ਉਹ ਪਰਮੇਸ਼ਰ ਵਾਹਿਗੁਰੂ ਜੀ ਦੇ ਪਾਸੋਂ ਦਇਆ ਮੰਗੀਏ, ਕਿਰਪਾ ਮੰਗੀਏ, ਉਹ ਵਾਹਿਗੁਰੂ ਜੀ ਕਿਰਪਾ ਕਰਨ, ਫਿਰ ਸਤਿਗੁਰੂ ਜੀ ਦਾ ਮਿਲਾਪ ਹੋਵੇਗਾ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਜਦੋਂ ਵਾਹਿਗੁਰੂ ਦੀ ਦਇਆ ਹੋਵੇਗੀ, ਸਤਿਗੁਰੂ ਜੀ ਦੇ ਨਾਲ ਮਿਲਾਪ ਹੋਵੇਗਾ। ਜਦੋਂ ਸਤਿਗੁਰੂ ਜੀ ਦਾ ਮਿਲਾਪ ਹੋਇਆ ਤੇ ਫਿਰ ਨਾਮ ਮਿਲੇਗਾ, ਫਿਰ ਸਿੱਖੀ ਮਿਲੇਗੀ, ਫਿਰ ਗੁਰਬਾਣੀ ਦੇ ਨਾਲ ਜੁੜਾਂਗੇ। ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਜੀਵੈ ਹਰਿਆ। ਫਿਰ ਤਨ ਮਨ ਹਰਿਆ ਭਰਿਆ ਹੋ ਜਾਵੇਗਾ, ਸ਼ੁਭ ਗੁਣਾਂ ਦੀ ਹਰਿਆਵਲਤਾ ਦੇ ਸਹਿਤ ਹੋ ਜਾਵੇਗਾ। ਤਾਂ ਇਸ ਪਵਿੱਤਰ ਪੌੜੀ ਦੇ ਅੰਦਰ ਮਹਾਰਾਜ ਨੇ ਆਖਿਆ, ਉਹ ਪਰਮੇਸ਼ਰ ਦਿਆਲੂ ਕਿਰਪਾਲੂ ਹੈ, ਉਹਦੀ ਦਇਆ ਹੋ ਜਾਵੇ ਤੇ ਸਾਰੀਆਂ ਦਾਤਾਂ ਪ੍ਰਾਪਤ ਹੋ ਜਾਂਦੀਆਂ। ਉਹ ਸਭ ਨੂੰ ਵੇਖਣ ਵਾਲਾ ਵੀ ਹੈ, ਸਭ ਨੂੰ ਜਾਣਨ ਵਾਲਾ ਵੀ ਹੈ ਤੇ ਸਾਰੀ ਸਮਰੱਥਾ ਦਾ ਮਾਲਕ ਹੈ। ਉਹ ਦਲਿੱਦਰ ਨੂੰ ਵੀ ਭੰਨ ਦੇਣ ਵਾਲਾ ਤੇ ਦੁੱਖਾਂ ਨੂੰ ਵੀ ਦਲ ਦੇਣ ਵਾਲਾ ਹੈ। ਉਸ ਦੀ ਸ਼ਰਨ ਵਿੱਚ ਪੈ ਕਰਕੇ ਉਸ ਦੇ ਨਾਮ ਦੀ, ਉਸ ਦੇ ਗਿਆਨ ਦੀ, ਧਿਆਨ ਦੀ ਇਹ ਮੰਗ ਮੰਗੀਏ
तो सतगुरु गरीब नवाज साहब जी ने पवित्र उपदेश बख्शिया। गुरु जी की अगाध मोट बाणी की विचार सांझी करते हैं। होइयां भुल्लां चुकां दी सतगुरु जी गुर संगत जी खिमा देनी। देहो सज्जने असीस अड़ियां जो होवे साहिब सिरों मेल। दाना तू